फोटो तो उन्होंने हैगी वो किवें लाई है फोटो नहीं देखी मैं किहड़े आ बाकी पता की है गड्डी किसी दी भी है किसी चंगे बंदे दी किसी दी भी है गड्डी ਦੇ ਵਿੱਚ ਘਰ ਲਵਾ ਦਿਆ ਉਹ ਪੁਲਿਸ ਵਾਲਿਆਂ ਨੇ ਪਹਿਲੇ ਪਾਸੇ ਕਰ स्टैंड लवा दो इत्थे माड़ा जिहा मैं तो करता शुरू ਹੋ ਗਿਆ लाइव चल के इत्थे एक ना स्टैंड लवा दिओ वीरे कल्ला कल्ला सिंह बोलियो और थोड़ा जिहा ध्यान नाल बोलना सहज च बोलना है ना काली नहीं करनी कोई भड़काऊ नहीं बुला कुछ नहीं हुंदा आपां लाइव कर दिंदे आ ਵਾਇਰ ਫੜ ਕੇ ਬੋਲੀ ਕਿ ਮਿੱਟੀ ਨਾਲੇ ਸੁਣਦਾ ਪਤਾ ਲੱਗੀ ਮਹਾਜੀਤ ਸਟੈਂਡ ਸੰਗਤਾਂ ਹੀ ਘਮਾਉਂਦੇ ਜਾਵਾਂਗੇ ਨਾਲ ਆਪਾਂ ਕਿਹੜਾ ਦੋ ਬੰਦਾ ਨੂੰ ਬੁਲਾ ਲਓ ਬਾਕੀ ਸਾਰਾ ਇਹ ਨਹੀਂ ਉਹ ਚਿੜੀ ਜੀ ਲਾਓ ਇੱਥੇ ਨਾ ਠੀਕ ਹੈ ਬਸ ਆ ਫੜੋ ਇੱਕ ਸਿੰਘ ਆ ਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਇੱਕ ਸਿੰਘ ਫੜ ਲਓ ਆ ਕੇ ਬਸ ਇਹਨੂੰ ਛੱਡਣ ਦੀ ਲੋੜ ਨਹੀਂ ਇਹਨੂੰ ਛੱਡਣ ਇੱਥੇ ਲਾ ਦੀ ਮੜੀ ਚੀਪੀ ਹੈਗੀ ਆ ਭਾਈ ਸਾਹਿਬ ਮਾੜਾ ਚੈੱਕ ਕਰ ਲਿਓ ਚੰਗਾ आवाज आ रही है कितने सिक्के जो टीवी लै पर के ਵਾਹਿਗੁਰੂ 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 ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਬੜੀ ਹੀ ਦੁਖਦਾਈ ਘਟਨਾ ਵਾਪਰੀ ਹੈ ਸ਼ਹਿਰ ਆਪਣਾ ਦੇ ਅੰਦਰ ਜੋ ਕਿ ਸਾਡੇ ਸਤਿਕਾਰਯੋਗ ਗ੍ਰੰਥੀ ਸਿੰਘ ਹਰਜੀਤ ਸਿੰਘ ਜੀ ਜੋ ਕਿ ਕੱਲ ਗੁਰਦੁਆਰਾ ਸਾਹਿਬ ਤੋਂ ਬਾਜ਼ਾਰ ਦੇ ਵਿੱਚ ਜਾ ਰਹੇ ਸਨ। ਬਾਜ਼ਾਰ ਵਿੱਚ ਜਾਂਦਿਆਂ ਹੀ ਦੋ ਸਟੰਡਿਆਂ ਦੇ ਵੱਲੋਂ ਜਿੱਥੇ ਗ੍ਰੰਥੀ ਸਿੰਘ ਦੀ ਗਾਲੀ ਗਲੋਚ ਦੇ ਨਾਲ ਬੇਇੱਜ਼ਤੀ ਕੀਤੀ ਗਈ, ਕੁੱਟਮਾਰ ਕੀਤੀ ਗਈ, ਉੱਥੇ ਨਾਲ ਹੀ ਸਤਿਗੁਰੂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦੀ ਬਖਸ਼ਿਸ਼ ਕੀਤੀ ਦਸਤਾਰ ਔਰ ਸਾਨ ਉਹਨਾਂ ਮਸਟੰਡਿਆਂ ਨੇ ਗ੍ਰੰਥੀ ਸਿੰਘ ਦੀ ਦਸਤਾਰ ਲਾਹੀ ਔਰ ਗੰਦੀ ਨਾਲੀ ਦੇ ਵਿੱਚ ਰੋਲੀ, ਜਿਸ ਦੇ ਰੋਸ ਵਜੋਂ ਸਿੱਖ ਸੰਗਤਾਂ ਕੱਲ੍ਹ ਸ਼ਾਮ ਨੂੰ ਗੁਰਦੁਆਰਾ ਬਾਬਾ ਨਾਮਦੇਵ ਵਿਖੇ ਇਕੱਠੀਆਂ ਹੋਈਆਂ ਔਰ ਰਾਤ ਹੀ ਜੋ ਰਾਮਪੁਰਾ ਸਿਟੀ ਥਾਣਾ ਹੈ ਉਸ ਦੇ ਵਿੱਚ ਸੰਗਤਾਂ ਨੇ ਜਾ ਕੇ ਬੇਨਤੀ ਵੀ ਕਰੀ SHO ਨੂੰ ਕਿ ਇਹਨਾਂ ਮਸਟੰਡਿਆਂ ਦੇ ਉੱਤੇ ਕੇਸ ਦਰਜ ਹੋਣਾ ਚਾਹੀਦਾ ਹੈ, ਕਿਉਂਕਿ ਦਸਤਾਰ ਦੇ ਵਾਸਤੇ ਬੜੀਆਂ ਵੱਡੀਆਂ ਕੁਰਬਾਨੀਆਂ ਹੋਈਆਂ ਨੇ, ਇਸ ਦਸਤਾਰ ਦੇ ਵਾਸਤੇ ਸ਼ਹੀਦੀਆਂ ਹੋਈਆਂ ਨੇ, ਪਰ ਅਜੇ ਤੱਕ ਸਾਡੇ ਕੋਲ ਪ੍ਰਸ਼ਾਸਨ ਦਾ ਕੋਈ ਵੀ ਬੰਦਾ ਅਜੇ ਤੱਕ ਨਹੀਂ ਪਹੁੰਚਿਆ ਔਰ ਬੰਦੇ ਭੇਜੇ ਜਾ ਰਹੇ ਨੇ ਕਿ ਤੁਸੀਂ ਇੱਥੇ ਹੀ ਬੈਠ ਕੇ ਸਮਝੌਤਾ ਕਰ ਲਵੋ, ਪਰ ਸਿੱਖ ਸੰਗਤ ਇਸ ਗੱਲ ਤੇ ਬਜਿੱਦ ਨੇ, ਅੜੀਆਂ ਹੋਈਆਂ ਨੇ ਕਿ ਜਿੰਨਾ ਚਿਰ ਉਹਨਾਂ ਮਸਟੰਡਿਆਂ ਦੇ ਉੱਤੇ ਕੇਸ ਦਰਜ ਨਹੀਂ ਕੀਤਾ ਜਾਂਦਾ ਉਹਨਾਂ ਚਿਰ ਅਸੀਂ ਜਿੱਥੇ ਰੋਸ ਮੁਜ਼ਾਹਰੇ ਕਰਾਂਗੇ, ਜਿੱਥੇ ਧਰਨੇ ਲਾਵਾਂਗੇ, ਉਹਨਾਂ ਚਿਰ ਆਪਣਾ ਰੋਸ ਜਾਰੀ ਰੱਖਾਂਗੇ ਜਿੰਨਾ ਚਿਰ ਉਹਨਾਂ ਮਸਟੰਡਿਆਂ ਦੇ ਉੱਤੇ ਕੇਸ ਦਰਜ ਨਹੀਂ ਹੋਣਾ। ਸੋ ਸਾਡੇ ਦਰਮਿਆਨ ਜਿੱਥੇ ਇਲਾਕੇ ਦੀਆਂ ਸਿੱਖ ਸੰਗਤਾਂ
ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪਹੁੰਚੀਆਂ ਨੇ, ਉੱਥੇ ਗ੍ਰੰਥੀ ਸਾਹਿਬਾਨ ਵੀ ਪਹੁੰਚੇ ਨੇ, ਕਿਉਂਕਿ ਇੱਕ ਕੇਵਲ ਸਿੱਖ ਦੀ ਗੱਲ ਨਹੀਂ ਔਰ ਗ੍ਰੰਥੀ ਦੀ ਗੱਲ ਵੀ ਹੈ ਜੋ ਸਤਿਕਾਰਯੋਗ ਨੇ, ਜੋ ਸੰਗਤਾਂ ਨੂੰ ਸਤਿਕਾਰ, ਦਸਤਾਰ ਦਾ ਸਤਿਕਾਰ ਸਮਝਾਉਂਦੇ ਨੇ। ਸੋ ਉਹਨਾਂ ਗ੍ਰੰਥੀ ਸਾਹਿਬਾਨਾਂ ਨੂੰ ਵੀ ਮੈਂ ਅਪੀਲ ਕਰਦਾ ਕਿ ਜੋ ਵੀਰ ਪਹੁੰਚ ਗਏ ਉਹਨਾਂ ਦਾ ਧੰਨਵਾਦ ਹੈ। ਸੋ ਜਿਹੜੀਆਂ ਸੰਗਤਾਂ ਅਜੇ ਤੱਕ ਨਹੀਂ ਪਹੁੰਚੀਆਂ, ਕਿਰਪਾ ਕਰਕੇ ਗੁਰਦੁਆਰਾ ਬਾਬਾ ਨਾਮਦੇਵ ਰਾਮਪੁਰਾ ਫੂਲ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ। ਹੁਣ ਮੈਂ ਬੇਨਤੀ ਕਰਾਂਗਾ, ਸਾਡੇ ਹੀ ਇਲਾਕੇ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸਰਦਾਰ ਮੇਜਰ ਸਿੰਘ ਜੀ, ਉਹ ਸਾਡੇ ਕੋਲ ਪਹੁੰਚੇ ਨੇ। ਸੋ ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ 2 ਮਿੰਟ ਵਾਸਤੇ ਆਪ ਜੀ ਸੰਗਤਾਂ ਦੇ ਨਾਲ ਵਿਚਾਰ ਸਾਂਝੇ ਕਰੋ। ਸੋ ਨਾਲ ਮੈਂ ਬੇਨਤੀ ਕਰਾਂਗਾ ਜਥੇਬੰਦੀਆਂ ਨੂੰ ਕਿ ਜਿੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਪਹੁੰਚ ਚੁੱਕੇ ਹਨ, ਉੱਥੇ ਨਾਲ ਹੀ ਜਥੇਬੰਦੀਆਂ, ਗ੍ਰੰਥੀ ਸਿੰਘ, ਉਹ ਵੀ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਸੋ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਸਤਿਕਾਰਯੋਗ ਮੈਂਬਰ ਸਾਹਿਬਾਨ ਸਰਦਾਰ ਮੇਜਰ ਸਿੰਘ ਜੀ ਢਿੱਲੋਂ, ਉਹ ਸੰਗਤਾਂ ਦੇ ਨਾਲ 2 ਮਿੰਟ ਵਾਸਤੇ ਵਿਚਾਰਾਂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਬੈਠੀ ਸਾਧ ਸੰਗਤ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੱਲ੍ਹ ਜੋ ਨਿੰਦਣਯੋਗ ਘਟਨਾ ਹੋਈ ਹੈ, ਗ੍ਰੰਥੀ ਸਿੰਘ ਦੀ ਦਸਤਾਰ ਦੀ ਬੇਅਦਬੀ ਕੀਤੀ ਹੈ ਕੁਝ ਗੁੰਡਿਆਂ ਨੇ, ਉਹਦੇ ਸੰਬੰਧ ਵਿੱਚ ਆਪਾਂ ਸੰਗਤਾਂ ਰਲ ਮਿਲ ਕੇ ਇਕੱਠੀਆਂ ਹੋਈਆਂ। ਇਸ 'ਤੇ ਆਪਾਂ ਤਕੜਾ ਸਟੈਂਡ ਲੈਣਾ। ਜਿੰਨਾ ਚਿਰ ਪਰਚਾ ਨਹੀਂ ਹੁੰਦਾ ਉਹਨਾਂ ਗੁੰਡਿਆਂ 'ਤੇ, ਉਹਨਾਂ ਚਿਰ ਆਪਾਂ ਟਿਕ ਕੇ ਨਹੀਂ ਬੈਠਣਾ, ਕਿਉਂਕਿ ਆਪਾਂ ਨੂੰ ਤਕੜੇ ਹੋਣ ਦੀ ਲੋੜ ਹੈ। ਜਿੰਨਾ ਤਕੜੇ ਹੋਵਾਂਗੇ, ਡਟ ਕੇ ਖੜਾਂਗੇ, ਆਉਣ ਵਾਲੀਆਂ ਘਟਨਾਵਾਂ ਘੱਟ ਹੋਣਗੀਆਂ ਅਤੇ ਗੁੰਡਿਆਂ ਨੂੰ ਡਰ ਪੈਦਾ ਹੋਊਗਾ। ਮੈਂ ਸਾਰੀ ਸਿੱਖ ਸੰਗਤ ਜਿਹੜਾ ਨਹੀਂ ਆਇਆ ਉਹਨਾਂ ਨੂੰ ਵੀ ਕਹਿੰਦੇ ਆ, ਛੇਤੀ ਤੋਂ ਛੇਤੀ ਇੱਥੇ ਆਓ ਅਤੇ ਕੋਈ ਵਧੀਆ ਫੈਸਲਾ ਕਰ ਸਕੀਏ। ਨਾਲ ਹੀ ਪੁਲਿਸ ਨੂੰ ਬੇਨਤੀ ਹੈ ਵੀ ਜੇਕਰ ਉਹਨਾਂ ਨਾਲ ਘਟਨਾ ਵਾਪਰੀ ਹੁੰਦੀ ਤਾਂ ਉਹਨਾਂ ਨੇ ਰਾਤ ਨੂੰ ਬੰਦੇ ਫੜ ਲੈਣੇ ਸੀ। ਪੱਗ ਦੀ ਮਹਾਨਤਾ ਦੀ ਉਹਨਾਂ ਨੇ ਕੋਈ ਉਹਨਾਂ ਪ੍ਰਤੀ ਸੋਚ ਨਹੀਂ ਵੀ ਪੱਗ ਦਾ ਕਿੱਡਾ ਵੱਡਾ ਮਸਲਾ। ਪੱਗ ਸਾਨੂੰ ਕੌਮ ਨੂੰ ਗੁਰੂ ਨਾਨਕ ਸਾਹਿਬ 10ਵੇਂ ਪਾਤਸ਼ਾਹ ਨੇ ਬਖਸ਼ੀ ਹੋਈ ਹੈ। ਇਹਦੀ ਖਾਤਰ ਪਿਛਲੇ ਸਮਿਆਂ 'ਚ ਬਹੁਤ ਕੁਰਬਾਨੀਆਂ ਹੋਈਆਂ ਅਤੇ ਹੁੰਦੀਆਂ ਰਹਿੰਦੀਆਂ। ਸੰਗਤਾਂ ਨੂੰ ਬੇਨਤੀ ਹੈ ਵੀ ਵੱਧ ਚੜ੍ਹ ਕੇ ਪਹੁੰਚੋ ਅਤੇ ਆਪਾਂ ਇਹਦੇ ਖਿਲਾਫ ਕੋਈ ਰੋਸ ਜ਼ਾਹਰ ਕਰੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਨੁਮਾਇੰਦੇ ਸਰਦਾਰ ਮੇਜਰ ਸਿੰਘ ਜੀ ਢਿੱਲੋਂ। ਸੋ ਉਹਨਾਂ ਦਾ ਧੰਨਵਾਦ ਕਰਦੇ ਹਾਂ, ਸਾਡਾ ਸਾਥ ਦਿੱਤਾ ਹੈ ਔਰ ਸਾਡੇ ਨਾਲ ਇਹ ਵੀ ਕਿਹਾ ਕਿ ਅਸੀਂ ਨਾਲ ਚੱਲਾਂਗੇ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲਦਾ। ਜਿੱਥੋਂ ਤੱਕ ਵੀ ਸਾਥੋਂ ਜਾਇਆ ਗਿਆ ਅਸੀਂ ਉੱਥੋਂ ਤੱਕ ਪਹੁੰਚਾਂਗੇ। ਜਿਸ ਚੀਜ਼ ਦੀ ਲੋੜ ਪਈ ਅਸੀਂ ਉੱਥੇ ਹਾਜ਼ਰ ਹੋਵਾਂਗੇ। ਅਸੀਂ ਧੰਨਵਾਦ ਕਰਦੇ ਹਾਂ। ਹੁਣ ਮੈਂ ਬੇਨਤੀ ਕਰਾਂਗਾ ਸਾਡੇ ਸਤਿਕਾਰਯੋਗ ਜੋ ਕਿ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਜੋ ਮੁੱਖ ਸੇਵਾਦਾਰ ਹਨ ਸਰਦਾਰ ਜਗਜੀਤ ਸਿੰਘ ਜੀ ਪੁੱਲਾ, ਉਹਨਾਂ ਨੂੰ ਮੈਂ ਬੇਨਤੀ ਕਰਾਂਗਾ ਕਿ ਆਪ ਜੀ ਆ ਕੇ ਜੋ ਇਹ ਹੋਰ ਹੀ ਬੇਅਦਬੀ ਹੈ, ਕਿਤੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਕੀਤੀ ਜਾਂਦੀ ਹੈ, ਕਿਤੇ ਗੁਰਸਿੱਖਾਂ ਦੇ ਲਈ ਅਪਸ਼ਬਦ ਬੋਲੇ ਜਾਂਦੇ ਨੇ, ਕਿਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਬਾਬਤ ਕੁਝ ਅਪਸ਼ਬਦ ਬੋਲੇ ਜਾਂਦੇ ਨੇ, ਤੇ ਅੱਜ ਇੱਕ ਦਸਤਾਰ ਗੁਰੂ ਸਾਹਿਬ ਦੀ ਬਖਸ਼ਿਸ਼
ਉਸ ਨੂੰ ਹੱਥ ਪਾਇਆ ਹੈ। ਸੋ ਮੈਂ ਬੇਨਤੀ ਕਰਾਂਗਾ ਵੱਧ ਤੋਂ ਵੱਧ ਸੰਗਤਾਂ ਜ਼ਰੂਰ, ਜੋ ਸੰਗਤਾਂ ਦੇਸ਼ਾਂ ਵਿਦੇਸ਼ਾਂ ਦੇ ਅੰਦਰ ਬੈਠੀਆਂ, ਜ਼ਰੂਰ ਆਪਣਾ ਰੋਸ ਪ੍ਰਗਟ ਕਰਨ। ਜੋ ਪੰਜਾਬ ਦੇ ਵਿੱਚ ਨੇ ਜਾਂ ਰਾਮਪੁਰਾ ਸ਼ਹਿਰ ਦੇ ਨੇੜੇ ਤੇੜੇ ਸੰਗਤਾਂ ਨੇ ਜੋ ਸ਼ਰਾਵਣ ਕਰ ਰਹੀਆਂ ਨੇ, ਕਿਰਪਾ ਕਰਕੇ ਉਹ ਜ਼ਰੂਰ ਪਹੁੰਚਣ। ਸੋ ਹੁਣ ਮੈਂ ਬੇਨਤੀ ਕਰਾਂਗਾ ਸਰਦਾਰ ਜਗਜੀਤ ਸਿੰਘ ਜੀ ਗੁਰਦੁਆਰਾ ਬਾਬਾ ਜੀਵਨ ਸਿੰਘ ਸ਼ਹਿਰ ਰਾਮਪੁਰਾ ਤੋਂ, ਉਹ ਆਪ ਜੀ ਦੇ ਨਾਲ 2-3 ਮਿੰਟਾਂ ਵਾਸਤੇ ਵਿਚਾਰਾਂ ਸਾਂਝੀਆਂ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਨਿੱਘੀ ਗੋਦ ਵਿੱਚ ਜੁੜ ਬੈਠੀ ਇਹ ਦੁਖਦਾਈ ਘਟਨਾ ਜੋ ਹੋਈ ਹੈ, ਉਹਦੇ ਵਿੱਚ ਸਮੂਲੀਅਤ ਕਰਨ ਵਾਸਤੇ ਰੋਸ ਪ੍ਰਗਟ ਕਰ ਰਹੀ ਹੈ, ਇਨਸਾਫ ਦੀ ਮੰਗ ਕਰ ਰਹੀ ਹੈ। ਜੋ ਕੱਲ੍ਹ ਘਟਨਾ ਵਾਪਰੀ ਬਹੁਤ ਹੀ ਨਿੰਦਣਯੋਗ। ਸ੍ਰੀ ਗੁਰੂ ਆਪਣੇ ਸਾਡੇ ਸਤਿਕਾਰਯੋਗ ਗਿਆਨੀ ਹਰਜੀਤ ਸਿੰਘ ਜੀ, ਜੋ ਗੁਰਦੁਆਰਾ ਨਾਮਦੇਵ ਵਿਖੇ ਮੁੱਖ ਸੇਵਾਦਾਰ ਹਨ, ਗ੍ਰੰਥੀ ਹਨ। ਦੇਖੋ, ਇਹ ਸਾਡੇ ਮੰਤਰੀ ਹੈ, ਇਹਨਾਂ ਤੋਂ ਸੇਧ ਲੈਣੀ ਹੁੰਦੀ ਹੈ। ਜੇ ਇਹਨਾਂ ਦੀ ਪੱਤ ਰੋਲੀ ਗਈ, ਇਹ ਕੀ ਗਾਹਾਂ ਆਪਾਂ ਨੂੰ ਕਰ ਸਕਦੇ ਆ। ਸੋ ਜੋ ਇਹ ਘਟਨਾ ਵਾਪਰੀ ਹੈ ਬਹੁਤ ਨਿੰਦਣਯੋਗ ਹੈ। ਮੈਂ ਸਾਰੀ ਸੰਗਤ ਨੂੰ ਪੁਰਜੋਰ ਅਪੀਲ ਕਰਦਾ ਵੀ ਜਿੰਨੀ ਦੇਰ ਇਹਦਾ ਇਨਸਾਫ ਨਹੀਂ ਮਿਲਦਾ, ਇਹ ਸੰਘਰਸ਼ ਜਾਰੀ ਰੱਖਣਾ। ਦੂਸਰੀ ਗੱਲ ਹੈ, ਦੇਖੋ, ਇਹ ਸਾਡੇ ਘਰ 'ਚ ਪੰਜਾਬ ਦੇ ਵਿੱਚ ਇਹ ਘਟਨਾ ਵਾਪਰੀ, ਸਾਡੇ ਘਰ ਜਾਂ ਸਾਡੀਆਂ ਪੱਗਾਂ ਲੱਥਣ ਲੱਗ ਗਈਆਂ, ਤੇ ਕਿਵੇਂ ਇਹ ਦੱਸੋ ਕੀ ਮਹਿਣਾ ਬਣ ਗਿਆ ਦਾ। ਚਲੋ ਬਾਹਰ ਅਸੀਂ ਮੰਨਦੇ ਹਾਂ, ਚਲੋ ਸਾਡੀ ਤਾਂ ਗਿਣਤੀ ਥੋੜ੍ਹੀ ਹੁੰਦੀ ਹੈ, ਸਾਡੀ ਬੇਅਦਬੀ ਹੁੰਦੀਆਂ ਹੋ ਵੀ ਜਾਂਦੀਆਂ, ਉਹ ਵੀ ਅਸੀਂ ਬਰਦਾਸ਼ਤ ਨਹੀਂ ਕਰ ਸਕਦੇ। ਪਰ ਜੇ ਸਾਡੀ ਰਾਮਪੁਰਾ ਫੂਲ ਵਿੱਚ ਗਿਆਨੀ ਜੀ ਦੀ ਪੱਗ ਰੋਲੀ ਗਈ, ਉਹਨੂੰ ਕੁੱਟਿਆ ਗਿਆ, ਤੇ ਆਸ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਸਾਨੂੰ ਇਹਦਾ ਇਨਸਾਫ ਦਿਵਾਇਆ ਜਾਵੇ। ਜੋ ਇਹ ਕਾਂਡ ਕਰਨ ਵਾਲੇ ਆ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ, ਤੇ ਉਹਦਾ ਪਰਚਾ ਦਰਜ ਕੀਤਾ ਜਾਵੇ। ਉਨੀ ਦੇਰ ਇਹ ਸੰਘਰਸ਼ ਜਾਰੀ ਹੈ। ਸੋ ਮੈਂ ਬੇਨਤੀ ਕਰਦਾ ਸਮੂਹ ਸੰਗਤ ਨੂੰ ਵੀ ਇਸੇ ਤਰ੍ਹਾਂ ਸਹਿਯੋਗ ਦਿਓ, ਤਾਂ ਜੋ ਆਪਾਂ ਇਹ ਜਿਹੜੇ ਗੁਨਾਹਗਾਰ ਹੈ ਉਹਨਾਂ ਨੂੰ ਆਪਾਂ ਸਜ਼ਾ ਦਿਵਾ ਸਕੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇਹ ਸਨ ਸਰਦਾਰ ਜਗਜੀਤ ਸਿੰਘ ਜੀ, ਜੋ ਗੁਰਦੁਆਰਾ ਬਾਬਾ ਜੀਵਨ ਸਿੰਘ ਵੱਲੋਂ ਪਹੁੰਚੇ ਹੈ। ਅਸੀਂ ਧੰਨਵਾਦ ਕਰਦੇ ਹਾਂ। ਸੋ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਬੜੇ ਹੀ ਸਤਿਕਾਰਯੋਗ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜੋ ਗੁਰਦੁਆਰਾ ਸਾਹਿਬ ਮਹਾਰਾਜ ਤੋਂ ਪਹੁੰਚੇ, ਅਸੀਂ ਉਹਨਾਂ ਦਾ ਧੰਨਵਾਦ ਕਰਦੇ। ਉਸ ਤੋਂ ਪਹਿਲਾਂ ਮੈਂ ਸਾਡੇ ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਹੈੱਡ ਗ੍ਰੰਥੀ ਸਾਹਿਬਾਨ, ਉਹਨਾਂ ਨੂੰ ਬੇਨਤੀ ਕਰਾਂਗਾ ਕਿ ਆਪ ਜੀ ਆ ਕੇ ਸੰਗਤਾਂ ਦੇ ਨਾਲ ਇਸ ਸੰਬੰਧਿਤ ਵਿਚਾਰ ਵਟਾਂਦਰਾ ਕਰਨ ਦੀ ਕਿਰਪਾਲਤਾ ਕਰਿਓ। ਗੁਰਦੁਆਰਾ ਬਾਬਾ ਜੀਵਨ ਸਿੰਘ ਦੇ ਹੈੱਡ ਗ੍ਰੰਥੀ ਸਾਹਿਬਾਨ, ਉਹਨਾਂ ਨੂੰ ਬੇਨਤੀ ਹੈ ਕਿ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਮੈਂ ਕਹਿੰਦਾ ਪਹਿਲਾਂ ਇਹਨਾਂ ਨੂੰ ਬੁਲਾ ਦੇਣਾ ਜਿਨ੍ਹਾਂ ਨਾਲ ਹੋਇਆ ਜੀ, ਸਾਰਾ ਦੱਸ ਦੇਣਗੇ ਮੂੰਹ ਆਉਂਦੀ। ਉਹ ਬੁਲਾਉਣੇ ਇਹਨਾਂ ਤੋਂ ਬਾਅਦ ਜਾਗਤ ਜੋਤ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਪਾਵਨ ਅਤੇ ਪਵਿੱਤਰ ਡਿੱਗੀ ਗੋਦੇ ਜੁੜ ਬੈਠੇ ਗੁਰੂ ਖਾਲਸਾ ਸਾਧ ਸੰਗਤ ਜੀ, ਸਭ ਤੋਂ ਪਹਿਲਾਂ ਗੁਰਫਤਿਹ ਦੀ ਸਾਂਝ ਪਾਈਏ। ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਾਵਨ ਬਾਣੀ ਦਾ ਫਰਮਾਨ ਹੈ, ਸਾਬਤ ਸੂਰਤ ਦਸਤਾਰ ਸਿਰਾ। ਦਸਤਾਰ ਇੱਕ ਸਿਰ ਦਾ ਤਾਜ ਹੈ। ਮੇਰੇ ਬਾਜਾਂ ਵਾਲੇ ਚੌਜੀ ਪ੍ਰੀਤਮ ਸਾਹਿਬ, ਇਕਬਾਲ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਦੀ ਸਾਨੂੰ ਬੜਮੁੱਲੀ ਬਖਸ਼ਿਸ਼ ਹੈ
ਕੇਸਾਂ ਦੀ ਦਸਤਾਰ ਦੀ ਮਹਾਨਤਾ ਬਹੁਤ ਵੱਡੀ ਮਹਾਨਤਾ ਹੈ। ਬੜਾ ਵਿਸਥਾਰਪੂਰਵਕ ਵਿਦਵਾਨ ਲੋਕਾਂ ਨੇ ਲਿਖਿਆ ਹੈ ਇਹਦੇ ਸੰਬੰਧ ਦੇ ਵਿੱਚ। ਪੱਗ ਸਿਰ ਦਾ ਤਾਜ ਹੈ। ਜਿੱਥੇ ਵੀ ਸਾਧ ਸੰਗਤ ਪੱਗ ਦੀ ਬੇਅਦਬੀ ਹੁੰਦੀ ਹੈ ਤੇ ਪਿੱਛੇ ਕੁਝ ਬਚਦਾ ਨਹੀਂ ਹੁੰਦਾ। ਪੱਗ ਪਿੱਛੇ ਬਹੁਤ ਕੁਝ ਹੋ ਜਾਂਦਾ ਹੈ। ਸੋ ਇਤਿਹਾਸ ਦੀਆਂ ਇਹ ਘਟਨਾਵਾਂ ਰਹੀਆਂ ਨੇ, ਬੜੇ ਸਾਖੀਆਂ ਪ੍ਰਮਾਣ ਨੇ ਇਸ ਸੰਬੰਧ ਦੇ ਵਿੱਚ। ਪਰ ਜਿਹੜੀ ਘਟਨਾ ਕੱਲ੍ਹ ਵਾਪਰੀ ਹੈ, ਭਾਈ ਹਰਜੀਤ ਸਿੰਘ ਜੀ ਜੋ ਗੁਰਦੁਆਰਾ ਬਾਬਾ ਨਾਮਦੇਵ ਜੀ ਰਾਮਪੁਰਾ ਫੂਲ ਵਿਖੇ ਪਿਛਲੇ ਸਮੇਂ ਤੋਂ ਆਪਣੀਆਂ ਸੇਵਾਵਾਂ ਗ੍ਰੰਥੀ ਦੇ ਰਾਗੀ ਦੇ ਰੂਪ ਦੇ ਵਿੱਚ ਨਿਭਾ ਰਹੇ ਨੇ, ਉਹਨਾਂ ਦੇ ਨਾਲ ਇਹ ਬਾਜ਼ਾਰ ਦੇ ਵਿੱਚ ਇਹ ਘਟਨਾ ਜਿਹੜੀ ਵਾਪਰੀ ਹੈ। ਦੱਸ ਤੋਂ ਪਹਿਲਾਂ ਗੁਰੂ ਘਰ ਦੇ ਮੁੱਖ ਸੇਵਾਦਾਰ ਭਾਈ ਜਗਜੀਤ ਸਿੰਘ ਜੀ ਭੁੱਲਾ ਸਾਹਿਬ ਪ੍ਰਧਾਨ, ਉਹਨਾਂ ਵੱਲੋਂ ਵੀ ਸਾਧ ਸੰਗਤ ਪ੍ਰਜੋਰ ਬੇਨਤੀ ਸੰਗਤ ਨੂੰ ਕੀਤੀ ਗਈ ਹੈ। ਦਾਸ ਵੀ ਪ੍ਰਜੋਰ ਬੇਨਤੀ ਕਰਦਾ ਹੈ ਪ੍ਰਸ਼ਾਸਨ ਨੂੰ ਕਿ ਇਹਦਾ ਇਨਸਾਫ ਹੈ ਜਿਹੜਾ ਮਿਲਣਾ ਚਾਹੀਦਾ ਹੈ। ਇਹ ਸੰਗਤਾਂ ਜਿਹੜੀਆਂ ਇੰਨੀਆਂ ਵੱਡੀ ਗਿਣਤੀ ਦੇ ਵਿੱਚ ਇਕੱਤਰ ਹੋਈਆਂ ਨੇ, ਵੱਖ-ਵੱਖ ਗੁਰੂ ਘਰਾਂ ਦੀਆਂ ਪ੍ਰਬੰਧਕ ਕਮੇਟੀਆਂ, SGPC ਜੀ ਦੇ ਨੁਮਾਇੰਦੇ, ਪ੍ਰਚਾਰਕ ਸਾਹਿਬਾਨ, ਰਾਗੀ ਸਾਹਿਬਾਨ, ਗ੍ਰੰਥੀ ਸਾਹਿਬਾਨ ਸਾਰੇ ਇਕੱਤਰ ਹੋਏ ਨੇ, ਹੋਰ ਸੰਗਤਾਂ ਇਕੱਤਰ ਹੋਈਆਂ ਨੇ ਇਨਸਾਫ ਲੈਣ ਦੀ ਖਾਤਰ। ਸੋ ਇਹ ਇਨਸਾਫ ਸਾਧ ਸੰਗਤ ਦੇ ਪ੍ਰਜੋਰ ਮੰਗ ਕਰਦੇ ਹਾਂ ਅਸੀਂ ਪ੍ਰਸ਼ਾਸਨ ਤੋਂ ਵੀ, ਔਰ ਸਾਧ ਸੰਗਤ ਸਹਿਯੋਗ ਦੀ ਵੀ ਮੰਗ ਕਰਦੇ ਹਾਂ ਵੀ ਵੱਖ-ਵੱਖ ਧਾਰਮਿਕ ਸੰਸਥਾਵਾਂ ਜਿਹੜੀਆਂ ਹੈਗੀਆਂ ਉਹ ਵੀ ਨਾਲ ਜੁੜਨ ਜੀ, ਸਹਿਯੋਗ ਕਰਨ। ਤੇ ਬਾਕੀ ਅਸੀਂ ਸਾਧ ਸੰਗਤ ਬਿਲਕੁਲ ਨਾਲ ਨੇ। ਗੁਰਦੁਆਰਾ ਸ਼ਹੀਦ ਬਾਬਾ ਜੀਵਨ ਸਿੰਘ ਜੀ ਗਾਂਧੀ ਨਗਰ ਦੀ ਸੰਗਤ ਇਸ ਮਸਲੇ ਤੇ ਬਿਲਕੁਲ ਨਾਲ ਖੜੇ ਹੈ। ਤੋ ਸਾਧ ਸੰਗਤ ਜਿੱਦਾਂ ਦੇ ਵੀ ਸਹਿਯੋਗ ਦੀ ਜ਼ਰੂਰਤ ਹੈ ਤੋ ਅਸੀਂ ਬਿਲਕੁਲ ਨਾਲ ਚੱਲਾਂਗੇ। ਤੌਰ ਸਾਧ ਸੰਗਤ ਕਿਉਂਕਿ ਹੋਏ ਇਕੱਤਰ ਬਿਲੋ ਮੇਰੇ ਭਾਈ ਦੁਬਦਾ ਦੂਰ ਕਰੋ ਰਬਲਾਏ, ਇਕੱਤਰਤਾ ਦੇ ਵਿੱਚ ਦਮ ਹੈ। ਇਕੱਤਰਤਾ ਬਹੁਤ ਜ਼ਰੂਰੀ ਹੈ। ਦੇਖੋ ਇਕੱਤਰਤਾ ਹੋਈ ਕਿਸਾਨ ਵੀਰਾਂ ਦੀ ਦਿੱਲੀ ਦੇ ਵਿੱਚ, ਤੇ ਸਰਕਾਰ ਜਿਹੜੀ ਟਸ ਤੋਂ ਮਸ ਨਹੀਂ ਸੀ ਹੁੰਦੀ, ਅੱਜ ਝੁਕਣ ਵਾਸਤੇ ਮਜਬੂਰ ਹੋ ਗਈ। ਸੈਂਟਰ ਸਰਕਾਰ, ਕੇਂਦਰ ਸਰਕਾਰ, ਉਹ ਏਕੇ ਦੇ ਵਿੱਚ ਬਲ ਹੁੰਦਾ ਹੈ, ਏਕੇ ਦੇ ਵਿੱਚ ਬਹੁਤ ਬਲ ਹੁੰਦਾ ਹੈ। ਸੋ ਸਾਧ ਸੰਗਤ ਇਕੱਤਰ ਹੋਣ ਦੀ ਬਹੁਤ ਜ਼ਰੂਰਤ ਹੈ, ਇਕੱਤਰਤਾ ਦੀ। ਸੋ ਸੰਗਤਾਂ ਦੇ ਚਰਨਾਂ 'ਚ ਬੇਨਤੀ ਹੈ ਵੀ ਭਾਈ ਵੱਧ ਤੋਂ ਵੱਧ ਆਪਾਂ ਇਕੱਤਰ ਹੋਈਏ ਇਨਸਾਫ ਲੈਣ ਦੀ ਖਾਤਰ। ਸੋ ਦਾਸ ਤੋਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੰਮ੍ਰਿਤ ਸਾਹਿਬ ਦਾ ਕੀ ਨਾਮ ਹੈ? ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਹੈ ਸਾਡੇ ਸਤਿਕਾਰਯੋਗ ਜੋ ਗੁਰਦੁਆਰਾ ਜੀਵਨ ਸਿੰਘ ਦੇ ਹੈੱਡ ਗ੍ਰੰਥੀ ਸਾਹਿਬਾਨ ਜੋ ਬੋਲ ਕੇ ਗਏ ਹਨ। ਸੋ ਨਾਲ ਹੀ ਧੰਨਵਾਦ ਕਰਦੇ ਹਾਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਨੇਜਰ ਸਾਹਿਬਾਨ ਸਰਦਾਰ ਜਗਜੀਤ ਸਿੰਘ ਜੀ ਮਹਾਰਾਜ ਤੋਂ ਪਹੁੰਚੇ ਹਨ, ਧੰਨਵਾਦ ਕਰਦੇ ਹਾਂ। ਸੋ ਹੁਣ ਮੈਂ ਉਸ ਗ੍ਰੰਥੀ ਸਿੰਘ ਜੀ ਨੂੰ ਸਟੇਜ ਤੇ ਲੈ ਕੇ ਆਉਣਾ ਚਾਹੁੰਦਾ ਜੋ ਗ੍ਰੰਥੀ ਸਿੰਘ ਜੀ ਦੇ ਨਾਲ ਕੱਲ ਤਕਰੀਬਨ 2:45 ਵਜੇ ਬਾਜ਼ਾਰ ਦੇ ਵਿੱਚ ਦਸਤਾਰ ਲਾਉਣ ਦੀ ਘਟਨਾ ਵਾਪਰੀ ਹੈ। ਸੋ ਉਹ ਆਪ ਜੀ ਸਾਰੀਆਂ ਸੰਗਤਾਂ ਨੂੰ ਆ ਕੇ ਦੱਸਣਗੇ। ਮੈਂ ਭਾਈ ਹਰਜੀਤ ਸਿੰਘ ਜੀ ਨੂੰ ਬੇਨਤੀ ਕਰਾਂਗਾ ਕਿ ਆਪ ਜੋ ਕੁਝ ਵਾਪਰਿਆ ਹੈ ਤੁਹਾਡੇ ਨਾਲ, ਸੋ ਸੰਗਤਾਂ ਦੇ ਆ ਕੇ ਸਨਮੁਖ ਦੱਸਣ ਦੀ ਕਿਰਪਾਲਤਾ ਕਰੋ। ਇਸ ਤੋਂ ਬਾਅਦ ਕੀ ਫੈਸਲਾ ਲੈਣਾ ਹੈ ਉਹ ਆਪਾਂ ਬੈਠ ਕੇ ਵਿਚਾਰਾਂਗੇ। ਸੋ ਮੈਂ ਬੇਨਤੀ ਕਰਾਂਗਾ ਭਾਈ ਹਰਜੀਤ ਸਿੰਘ ਜੀ ਗ੍ਰੰਥੀ ਗੁਰਦੁਆਰਾ ਨਾਮਦੇਵ ਰਾਮਪੁਰਾ ਫੂਲ, ਸੋ ਆਪ ਜੀ ਨੂੰ ਪੂਰੀ ਜੋ ਘਟਨਾ ਵਾਪਰੀ ਹੈ ਉਹਦੇ ਬਾਰੇ ਦੱਸਣਗੇ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਕੱਲ੍ਹ ਤਕਰੀਬਨ 2:45 ਦਾ ਟਾਈਮ ਹੋਵੇਗਾ ਜਦੋਂ ਮੈਂ ਗੁਰਦੁਆਰਾ ਸਾਹਿਬ ਤੋਂ ਦੁੱਧ ਲੈ ਕੇ ਮਿਸਤਰੀ ਲੱਗੇ ਸਨ ਤੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸੋ ਬੜੇ ਮਸ਼ਹੂਮ ਚਿਹਰਾ ਭਾਈ ਹਰਜੀਤ ਸਿੰਘ ਜੀ, ਜਿੱਥੇ ਇਹਨਾਂ ਦੇ ਵਿੱਚ ਨਿਮਰਤਾ ਵਾਲਾ ਗੁਣ ਹੈ, ਭਾਵੇਂ ਕਿ ਉਹਨਾਂ ਮਸਟੰਡਿਆਂ ਦੇ ਵੱਲੋਂ ਕਲੇਮ ਲਾਇਆ ਗਿਆ ਹੈ ਕਿ ਭਾਈ ਹਰਜੀਤ ਸਿੰਘ ਜੀ ਨੇ ਸਾਡੇ ਤੇ ਪਹਿਲਾਂ ਵਾਰ ਕੀਤਾ ਹੈ, ਪਰ ਤਕਰੀਬਨ ਮੈਨੂੰ ਕਾਫੀ ਲੰਮਾ ਸਮਾਂ ਹੋ ਗਿਆ ਇਹ ਗ੍ਰੰਥੀ ਸਾਹਿਬਾਨਾਂ ਦੇ ਨਾਲ ਵਿਚਰਦਿਆਂ ਹੋਇਆਂ। ਜਿੱਥੇ ਉਮਰ ਬੜੀ ਛੋਟੀ ਹੈ, ਉੱਥੇ ਹਿਰਦਾ ਵੀ ਬੜਾ ਕੋਮਲ ਹੈ, ਬੜਾ ਨਰਮ ਹੈ। ਜਿਹੜੇ ਕੱਲ ਵੀ ਇਸ ਗੱਲ ਤੋਂ ਬੜੇ ਪਰੇਸ਼ਾਨ ਸਨ, ਉਹ ਇੱਕ ਗੱਲ ਵਾਰ-ਵਾਰ ਕਹਿ ਰਹੇ ਸੀ, ਮੈਨੂੰ ਵਾਰ-ਵਾਰ ਕਹਿ ਰਹੇ ਸੀ ਕਿ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਕਿ ਮੇਰੇ ਸਰੀਰ ਤੇ ਹਮਲਾ ਹੋਇਆ ਹੈ, ਮੇਰੀਆਂ ਬਾਹਾਂ ਤੋੜ ਦਿੰਦੇ ਮੈਨੂੰ ਕੋਈ ਪਰਵਾਹ ਨਹੀਂ ਸੀ, ਮੈਨੂੰ ਮਾਰ ਦਿੰਦੇ ਮੈਨੂੰ ਕੋਈ ਪਰਵਾਹ ਨਹੀਂ ਸੀ, ਮੇਰੇ ਸਰੀਰ ਤੇ ਹਮਲਾ ਹੋਇਆ, ਮੇਰੇ ਕੱਪੜਿਆਂ ਤੇ ਹਮਲਾ ਹੋਇਆ, ਮੈਨੂੰ ਕੋਈ ਦੁੱਖ ਨਹੀਂ ਸੀ। ਪਰ ਕਲਗੀਧਰ ਪਾਤਸ਼ਾਹ ਦੀ ਬਖਸ਼ਿਸ਼ ਕੀਤੀ ਦਸਤਾਰ ਨੂੰ ਨਾਲੀ ਦੇ ਵਿੱਚ ਰੋਲਿਆ, ਇਹ ਗੱਲ ਬਰਦਾਸ਼ਤ ਕਰਨ ਯੋਗ ਨਹੀਂ ਹੈ। ਬੜਾ ਦੁੱਖ ਹੋਇਆ। ਇਹ ਛੋਟਾ ਜਿਹਾ ਬੱਚਾ ਕੱਲ ਦਾ ਇੱਕੋ ਗੱਲ ਨੂੰ ਵਾਰ-ਵਾਰ ਯਾਦ ਕਰਕੇ ਰੋ ਰਿਹਾ ਹੈ ਵੀ ਮੇਰਾ ਸਰੀਰ ਨੁਕਸਾਨ ਹੋ ਜਾਂਦਾ, ਮੈਨੂੰ ਦੁੱਖ ਨਹੀਂ ਹੈ। ਮੇਰੇ ਗੁਰੂ ਦੀ ਦਸਤਾਰ ਨੂੰ ਗਲੀ ਦੇ ਵਿੱਚ ਰੋਲਿਆ, ਇਸ ਗੱਲ ਦਾ ਵੱਡਾ ਸਦਮਾ ਹੈ। ਸੋ ਮੈਂ ਵੀਰ ਨੂੰ ਹੌਸਲਾ ਦੇਵਾਂਗਾ ਕਿ ਮੈਂ ਸਮੂਹ ਰੂਪ ਵਿੱਚ ਸੰਗਤ ਜਿੰਨੀ ਵੀ ਬੈਠੀ ਹੈ, ਅਸੀਂ ਤੁਹਾਡੇ ਨਾਲ ਹਾਂ। ਜਿੱਥੋਂ ਤੱਕ ਲੜਾਈ ਲੜੇਗੀ ਅਸੀਂ ਲੜਾਂਗੇ। ਔਰ ਅੱਜ ਸਾਡੀ ਲੜਾਈ ਕੇਵਲ ਇੱਕ ਨਹੀਂ ਹੈ, ਲੜਾਈਆਂ ਬੜੀਆਂ ਨੇ। ਇਹ ਬੜੀਆਂ ਵੱਡੀਆਂ ਸਾਜ਼ਿਸ਼ਾਂ ਰਚੀਆਂ ਹੋਈਆਂ, ਜਿੱਥੇ ਤੁਹਾਡੀ ਜ਼ਮੀਨ ਨੂੰ ਖਤਮ ਕਰਨ ਦੇ ਲਈ ਸਰਕਾਰਾਂ ਨੇ ਅੱਡੀ ਚੋਟੀ ਦਾ ਜ਼ੋਰ ਲਾਇਆ ਹੋਇਆ ਹੈ। ਸਾਡੇ ਕਿਸਾਨ ਵੀਰ ਬੈਠੇ ਆ, ਬੜੇ ਲੰਮੇ ਸਮੇਂ ਤੋਂ ਪਹਿਲਾਂ ਰੇਲਾਂ ਤੇ ਬੈਠੇ, ਅੱਜ ਦਿੱਲੀ ਦੇ ਵਿੱਚ ਬੈਠੇ ਆ, ਕੋਈ ਫਰਿਆਦ ਨਹੀਂ, ਕੋਈ ਸਰਕਾਰਾਂ ਦੀ ਅਜੇ ਜਿਹੜੀ ਜਾਗ ਅਜੇ ਤੱਕ ਕੋਈ ਖੁੱਲੀ ਨਹੀਂ ਹੈ। ਪਰ ਅਸੀਂ ਵੀਰ ਨੂੰ ਭਰੋਸਾ ਦਿਵਾਉਂਦੇ ਆ ਵੀ ਅਸੀਂ ਤੁਹਾਡੇ ਨਾਲ ਹੈ, ਡੋਲਣ ਦੀ ਲੋੜ ਨਹੀਂ। ਸੰਗਤ ਨੇ ਤੁਹਾਨੂੰ ਆਪਣਾ ਬੱਚਾ ਜਾਣਿਆ, ਬੱਚਾ ਸਮਝਿਆ। ਤਕੜੇ ਹੋਵੋ ਮਨ ਕਰਕੇ। ਤਾਂ ਕਰਕੇ ਇਹ ਜੇ ਮਸਟੰਡੇ ਲੋਕਾਂ ਦੇ ਨਾਲ ਜੋ ਇਹ ਜ਼ਬਰਦਸਤੀ ਧੱਕਾ ਕਰਦੇ ਨੇ, ਇਹਨਾਂ ਲੋਕਾਂ ਦੇ ਨਾਲ ਅਸੀਂ ਬਰਾਬਰ ਤੇ ਖੜ ਕੇ ਜਵਾਬ ਦੇ ਸਕੀਏ। ਸੋ ਮੈਂ ਨਾਲ ਇਹ ਵੀ ਬੇਨਤੀ ਕਰਾਂਗਾ, ਕੋਈ ਅਸੀਂ ਕੁੱਟਮਾਰ ਵਾਲੇ ਪਾਸੇ ਨਹੀਂ ਚੱਲਣਾ। ਜੋ ਕਾਨੂੰਨੀ ਕਾਰਵਾਈ ਹੈ ਉਹ ਅਸੀਂ ਲੜਾਂਗੇ, ਸਮੂਹ ਰੂਪ ਵਿੱਚ ਲੜਾਂਗੇ, ਸਮੂਹ ਸੰਗਤ ਨਾਲ ਲੜਾਂਗੇ। ਸੋ ਇਸ ਬੱਚੇ ਦਾ ਹੌਸਲਾ ਵਧਾਉਣ ਲਈ ਮੈਂ ਬੇਨਤੀ ਕਰਾਂਗਾ, ਸਾਰੀ ਸੰਗਤ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਬਖਸ਼ਿਸ਼ ਕੀਤਾ ਨਾਰਾ ਇੱਕ ਵਾਰੀ ਉੱਚੀ ਆਵਾਜ਼ ਵਿੱਚ ਸਾਰੇ ਬੁਲਾਇਓ ਜੀ। ਬੋਲੇ ਸੋ ਨਿਹਾਲ। ਸੋ ਵੀਰ ਤੋਂ ਦੱਸਿਆ ਨਹੀਂ ਗਿਆ, ਮੈਂ ਆਪ ਜੀ ਦੇ ਸਨਮੁਖ ਉਸ ਘਟਨਾ ਨੂੰ ਨਜ਼ਰ ਕਰਨਾ ਚਾਹਾਂਗਾ ਜੋ ਕੱਲ ਵਾਪਰੀ ਹੈ। ਭਾਈ ਹਰਜੀਤ ਸਿੰਘ ਜੀ ਤਕਰੀਬਨ 2:45 ਵਜੇ ਇਹ ਘਟਨਾ ਵਾਪਰਦੀ ਹੈ। ਜਦੋਂ ਗੁਰਦੁਆਰਾ ਨਾਮਦੇਵ ਤੋਂ ਬਾਹਰ ਗਏ ਤੇ ਰਸਤੇ ਦੇ ਵਿੱਚ ਗਲੀ ਦੇ ਵਿੱਚ ਤੁਰੇ ਜਾ ਰਹੇ ਸੀ, ਅੱਗੋਂ ਇੱਕ 2 ਮਸਟੰਡਿਆਂ ਦੀ ਗੱਡੀ ਆਉਂਦੀ ਹੈ ਤੇ ਉਹ ਗੱਡੀ ਦੇ ਕੋਲ ਦੀ ਜਦੋਂ ਉਤਰ ਕੇ ਮੋਟਰਸਾਈਕਲ ਲੰਘਾਉਣ ਲੱਗੇ ਤੇ ਸ਼ਾਇਦ ਉਹਨਾਂ ਦੇ ਮਨ ਨੂੰ ਇੰਝ ਹੋ ਗਿਆ ਕਿ ਸਾਤੋਂ ਅੱਗੇ ਲੰਘਾਉਣਾ ਚਾਹੁੰਦਾ। ਉਹਨਾਂ ਨੇ ਕੁਛ ਬੋਲ ਕਬੋਲ ਬੋਲੇ ਤੇ ਭਾਈ ਹਰਜੀਤ ਸਿੰਘ ਜੀ ਉਹਨਾਂ ਬੋਲਾਂ ਨੂੰ ਸੁਣ ਕੇ ਰੁਕ ਗਏ ਹੈ, ਗੱਡੀ ਦੇ ਅੱਗੇ ਮੋਟਰਸਾਈਕਲ ਕੀਤਾ। ਉਹ ਇਹਨਾਂ ਨੂੰ ਕਹਿਣ ਲੱਗੇ ਵੀ ਤੂੰ ਸਾਡੇ ਵੱਲ ਅੱਖਾਂ ਕੱਢ ਰਿਹਾ, ਸਾਡੇ ਵੱਲ ਘੂਰ ਰਿਹਾ, ਸਾਡੇ ਵੱਲ ਪੁੱਠਾ ਸਿੱਧਾ ਝਾਕ ਰਿਹਾ। ਤੇ ਵੀਰ ਹਰਜੀਤ ਸਿੰਘ ਕਹਿਣ ਲੱਗਾ ਵੀ ਵੀਰੋ ਮੈਂ ਤੁਹਾਨੂੰ ਕੁਝ ਨਹੀਂ ਕਿਹਾ, ਇਹ ਰਸਤਾ ਪਿਆ ਸੀ, ਮੈਂ ਮੋਟਰਸਾਈਕਲ ਲੰਘਾ ਲਿਆ, ਮੈਂ ਅੱਗੇ ਜਾਣਾ। ਤੇ ਇੰਨੀ ਗੱਲ ਜਦੋਂ ਮੋਟਰਸਾਈਕਲ ਰੋਕਿਆ ਤੇ ਉਹ ਮਸਟੰਡੇ ਕਾਰ ਦੇ ਵਿੱਚੋਂ ਬਾਹਰ ਨਿਕਲੇ ਤੇ ਭਾਈ ਹਰਜੀਤ ਸਿੰਘ ਜੀ ਤੇ ਹਮਲਾ ਕਰ ਦਿੱਤਾ, ਜਿਸ ਦੇ ਵਿੱਚ ਜਿੱਥੇ ਗਾਲੀ ਗਲੋਚ ਕੀਤੀ ਗਈ, ਜਿੱਥੇ ਇਸ ਬੱਚੇ ਦੇ ਉੱਤੇ
ਮੁੱਕੀਆਂ ਮਾਰੀਆਂ ਗਈਆਂ, ਧੱਕਾ ਕੀਤਾ ਗਿਆ, ਧੱਕੇਸ਼ਾਹੀ ਕੀਤੀ ਗਈ, ਉੱਥੇ ਨਾਲ ਹੀ ਦਸਤਾਰ ਨੂੰ ਹੱਥ ਪਾ ਕੇ ਰੋਲਿਆ ਗਿਆ। ਇਹ ਪੂਰਾ ਮਸਲਾ ਹੈ। ਸੋ ਆਓ ਮੈਂ ਬੇਨਤੀ ਕਰਿਆ ਸੀ ਵਾਰ-ਵਾਰ ਕਿ ਆਪਾਂ ਸਾਥ ਦਈਏ। ਅਗਲਾ ਜਿਹੜਾ ਆਪਣਾ ਵਿਚਾਰ ਹੋਵੇਗਾ ਉਹ ਹੁਣੀ ਮੈਂ 2-4 ਵੀਰਾਂ ਨੂੰ ਬੇਨਤੀ ਕਰਾਂਗਾ ਜਿਹੜੇ ਸਾਡੇ ਮੁੱਖ ਪਦਵੰਤੇ ਸੱਜਣ ਨੇ ਵੀ ਉਹ ਬੈਠ ਕੇ ਵਿਚਾਰ ਕਰਕੇ ਆਪਾਂ ਅਗਲਾ ਫੈਸਲਾ ਸੁਣਾਵਾਂਗੇ। ਉਸ ਤੋਂ ਪਹਿਲਾਂ ਮੈਂ ਬੇਨਤੀ ਕਰਾਂਗਾ ਸਾਡੇ ਸਤਿਕਾਰਯੋਗ ਵੀਰ ਸੋ ਮੈਂਬਰ ਸਾਹਿਬਾਨ ਜੀ ਆਪ ਜੀ ਦੇ ਨਾਲ ਵਿਚਾਰ ਸਾਂਝੇ ਕਰਨਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਮੈਂ ਹਰਜੀਤ ਸਿੰਘ ਨੂੰ ਬੇਨਤੀ ਕਰਦਾ, ਗ੍ਰੰਥ ਸਿੰਘ ਨੂੰ ਵੀ ਇੰਨਾ ਡੋਲਣ ਦੀ ਲੋੜ ਨਹੀਂ, ਅਸੀਂ ਸਦਲਾ ਹੀ ਤੇਰੇ ਨਾਲ ਆ। ਅੱਜ ਦੀ ਗੱਲ ਨਹੀਂ ਹੈਗੀ, ਇਹ ਸਾਡੀ ਪੱਗ ਦਾ ਮਸਲਾ, ਤੂੰ ਘਬਰਾਉਣਾ ਨਹੀਂ। ਹੋ ਸਕਦਾ ਇਹ ਪੁਲਿਸ ਪਰਚਾ ਛੇਤੀ ਦਰਜ ਨਾ ਕਰੇ ਕਿਉਂਕਿ ਬੰਦੇ ਬਹੁਤ ਚੁਸਤ ਆ। ਮੈਨੂੰ ਫੋਨ ਆਇਆ ਸੀ ਤੜਕੇ, ਮੇਰੇ ਘਰੇ ਗਏ ਸੀ ਪ੍ਰਬੰਧਕ, ਉਹ ਮੈਨੂੰ ਕਿਤੋਂ ਫੋਨ ਆਇਆ, ਉਹ ਕਹਿੰਦੇ ਵੀ ਮੇਜਰ ਸਿੰਘ ਕੋਲ ਗਏ, ਉਹ ਰਾਜੀਨਾਮਾ ਕਰਾ ਦੂਗਾ। ਭਦੌੜ ਤੋਂ ਮੈਨੂੰ ਫੋਨ ਆਇਆ ਹੁਣ। ਇਸ ਕਰਕੇ ਕਿਸੇ ਦੀ ਸਹਿ ਆ, ਹੋ ਸਕਦਾ ਆਪਾਂ ਨੂੰ ਧਰਨਾ ਵਗੈਰਾ ਵੀ ਲਾਉਣਾ ਪਵੇ। ਤੁਸੀਂ ਮੈਨੂੰ ਨੁਮਾਇੰਦਾ ਬਣਾਇਆ ਸ਼੍ਰੋਮਣੀ ਕਮੇਟੀ ਦਾ, ਪਰਵਾਹ ਨਹੀਂ ਕਰਨੀ, ਅਸੀਂ ਤੁਹਾਡੇ ਨਾਲ ਆ। ਲੰਗਰ ਪਾਣੀ ਉੱਧਰੋਂ ਛਕਾਂਗੇ ਅਤੇ ਪੂਰੇ ਜੋਸ਼ ਨਾਲ ਅਤੇ ਤਾਕਤ ਨਾਲ ਇਹਨਾਂ ਨਾਲ ਲੜਾਈ ਕਰਾਂਗੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। 2 ਘੰਟੇ ਦਾ ਸਮਾਂ ਦੇ ਦਿਓ, ਮੈਂ ਤਾਂ ਕਹਿੰਦਾ ਉਹਨੂੰ ਉਸ ਤੋਂ ਬਾਅਦ ਦੱਸਿਆ 2 ਘੰਟੇ ਦੇ ਪਰਚਾ ਦਿਓ ਸਾਡਾ, ਨਹੀਂ ਅਸੀਂ ਆਪਦਾ ਕੋਈ ਐਕਸ਼ਨ ਲਵਾਂਗੇ। 2 ਘੰਟੇ ਦਾ ਇੱਥੇ ਬੈਠਣਾ, ਮੈਂ ਤਾਂ ਕਹਿੰਦਾ ਜ਼ਿਆਦਾ ਕਰਤਾ ਮੈਂ ਮਿਲਣਾ ਕੀ ਕਹਦੇ ਹੋਰ ਅਸੀਂ 2 ਘੰਟੇ ਦਾ ਮਤਲਬ ਮਾਸਟਰ ਜੀ ਆਜੋ ਮੜੇ ਹੋ ਤੁਸੀਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਇੱਕ ਵਾਰੀ ਸੰਗਤਾਂ ਦੇ ਵੱਲੋਂ ਫੈਸਲਾ ਕੀਤਾ ਗਿਆ ਹੈ ਕਿ ਤਕਰੀਬਨ 2 ਘੰਟਿਆਂ ਦਾ ਸਮਾਂ ਅਸੀਂ ਪ੍ਰਸ਼ਾਸਨ ਨੂੰ ਦਿੱਤਾ ਹੈ। 2 ਘੰਟੇ ਸੰਗਤ ਇੱਥੇ ਬੈਠਣਗੀਆਂ ਔਰ 2 ਘੰਟਿਆਂ ਦੇ ਬਾਅਦ ਇਸ ਤੋਂ ਬਾਅਦ ਆਪਾਂ ਥਾਣੇ ਦੇ ਵੱਲ ਕੂਚ ਕਰਾਂਗੇ। ਸੋ ਹੁਣੇ ਹੀ ਇੱਕ ਪੱਤਰ ਲਿਖ ਕੇ ਥਾਣੇ ਦੇ ਵਿੱਚ ਪਹੁੰਚਾਇਆ ਜਾਵੇਗਾ ਕਿ ਜਲਦੀ ਤੋਂ ਜਲਦੀ ਇਹਨਾਂ ਮਸਟੰਡਿਆਂ ਦੇ ਉੱਤੇ ਪਰਚਾ ਦਰਜ ਕੀਤਾ ਜਾਵੇ। ਅਗਲਾ ਫੈਸਲਾ ਅਸੀਂ ਬੜਾ ਜਲਦੀ ਹੀ ਲੈਣ ਲਈ ਤਿਆਰ ਹੈ। 2 ਘੰਟਿਆਂ ਦਾ ਸਮਾਂ ਅਸੀਂ ਪ੍ਰਸ਼ਾਸਨ ਨੂੰ ਦਿੰਨੇ ਹੈ। ਸੋ ਜਥੇਬੰਦੀਆਂ ਨੂੰ ਵੀ ਬੇਨਤੀ ਹੈ ਕਿ ਅੱਜ ਇੱਕ ਗ੍ਰੰਥੀ ਦੇ ਦਸਤਾਰ ਦੀ ਗੱਲ ਨਹੀਂ ਹੈ, ਸਿੱਖ ਕੌਮ ਦੀ ਦਸਤਾਰ ਦੀ ਗੱਲ ਹੈ। ਕਿਤੇ ਦਸਤਾਰ ਦੇ ਵਾਸਤੇ ਕੁਰਬਾਨੀਆਂ ਹੋਈਆਂ, ਚਰਖੜੀਆਂ ਤੇ ਚੜੇ ਸਾਡੀਆਂ ਜ਼ੁਬਾਨੀਆਂ ਨੇ ਸ਼ਹੀਦੀਆਂ ਦਿੱਤੀਆਂ ਇਸ ਦਸਤਾਰ ਬਦਲੇ। ਸੋ ਮੈਂ ਬੇਨਤੀ ਕਰਾਂਗਾ ਕਿ ਕੱਲ ਨੂੰ ਦੂਸਰੇ ਦੀ, ਤੀਸਰੇ ਦੀ, ਚੌਥੇ ਦੀ ਇੱਕ ਦਿਨ ਦਸਤਾਰ ਹੈ ਜਿਹੜੀ ਇਹਨਾਂ ਲੋਕਾਂ ਨੇ ਰੋਲ ਕੇ ਰੱਖ ਦੇਣੀ ਹੈ। ਸੋ 2 ਘੰਟਿਆਂ ਦਾ ਅਲਟੀਮੇਟਮ ਅਸੀਂ ਦੇ ਰਹੇ ਹਾਂ ਪ੍ਰਸ਼ਾਸਨ ਨੂੰ। ਏਜੰਸੀਆਂ ਵਾਲੇ ਵੀਰ ਪਹੁੰਚੇ ਹੈ, ਉਹਨਾਂ ਨੂੰ ਵੀ ਬੇਨਤੀ ਕਰਦੇ ਹਾਂ ਕਿ ਉਹਨਾਂ ਦੇ ਕੰਨਾਂ ਤੱਕ ਸਾਡੀ ਆਵਾਜ਼ ਪਹੁੰਚ ਜਾਵੇ ਕਿ 2 ਘੰਟਿਆਂ ਦਾ ਸਮਾਂ ਅਸੀਂ ਗੁਰਦੁਆਰਾ ਸਾਹਿਬ ਵਿੱਚ ਬੈਠਾਂਗੇ ਔਰ 2 ਘੰਟਿਆਂ ਦੇ ਬਾਅਦ ਗੁਰਦੁਆਰਾ ਨਾਮਦੇਵ ਤੋਂ ਅਸੀਂ ਚੱਲਦੇ ਹੋਏ ਸ਼ਹਿਰ ਦੇ ਵਿੱਚੋਂ ਮਾਰਚ ਕਰਦੇ ਹੋਏ ਅਸੀਂ ਥਾਣੇ ਤੱਕ ਪਹੁੰਚਣਾ ਹੈ ਤੇ ਇਸ ਤੋਂ ਬਾਅਦ ਅਗਲੇ ਜਿਹੜੇ ਸਾਡੇ ਫੈਸਲੇ ਉਹ ਜਲਦੀ ਲਏ ਜਾਣਗੇ। ਹੁਣ ਮੈਂ ਬੇਨਤੀ ਕਰਾਂਗਾ ਸਾਡੇ ਸਤਿਕਾਰਯੋਗ ਮਾਸਟਰ ਸਾਹਿਬਾਨ ਜੀ, ਉਹਨਾਂ ਨੂੰ ਬੇਨਤੀ ਹੈ ਕਿ ਉਹ ਸੰਗਤਾਂ ਦੇ ਨਾਲ ਆ ਕੇ ਵਿਚਾਰ ਵਟਾਂਦਰਾ ਕਰਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਬੜੇ ਕਰੁਣਾਮਈ ਘਟਨਾ ਵਾਪਰਨ ਤੇ ਸੰਗਤਾਂ ਨੂੰ ਇਕੱਠਾ ਹੋਣਾ ਪਿਆ ਹੈ। ਇਹ ਬਹੁਤ ਮੰਦਭਾਗੀ ਗੱਲ ਹੈ। ਇਹੋ ਜਿਹੀਆਂ ਘਟਨਾਵਾਂ ਕਿਉਂ ਵਾਪਰਦੀਆਂ? ਇਹਨਾਂ ਤੇ ਲਗਾਮ ਕੱਸਣ ਦੀ ਲੋੜ ਹੈ।
ਇਹੋ ਜਿਹੀਆਂ ਘਟਨਾਵਾਂ ਵਾਪਰਨੀਆਂ, ਅਸੀਂ ਆਪਣੇ ਪੈਰਾਂ ਉੱਪਰ ਆਪ ਕੁਹਾੜੀ ਮਾਰ ਰਿਹਾ ਸਾਡਾ ਭਾਈਚਾਰਾ। ਅਸੀਂ ਊਂ ਤਾਂ ਇਕੱਠੇ ਨਹੀਂ ਹੁੰਦੇ, ਪਰ ਜਦੋਂ ਇਹੋ ਜਿਹੀਆਂ ਘਟਨਾਵਾਂ ਆਉਂਦੀਆਂ ਉਦੋਂ ਕਿਉਂ ਹੁੰਦੇ ਆ, ਇਹਦੇ ਪਿੱਛੇ ਵੀ ਸਾਨੂੰ ਸੋਚਣ ਦੀ ਲੋੜ ਹੈ। ਜੇ ਅਸੀਂ ਪਹਿਲਾਂ ਹੀ ਇਕੱਠੇ ਰਹੀਏ ਤਾਂ ਸਾਡੀ ਆਵਾਜ਼ ਨਹੀਂ ਕੋਈ ਝਾਕ ਨਹੀਂ ਸਕਦਾ। ਇੰਨਾ ਸਾਨੂੰ ਆਪਣੇ ਤੇ ਫਖਰ ਹੋਣਾ। ਵਜ਼ੀਰ ਜਿਹਨੂੰ ਅਸੀਂ ਵਜ਼ੀਰ ਨਾਲ ਸੰਬੋਧਨ ਕਰਦੇ ਹਾਂ ਤੇ ਉਹਨੂੰ ਕੋਈ ਐਰਾ ਗੈਰਾ ਬੰਦਾ ਹੀ ਇਸ ਤਰ੍ਹਾਂ ਪੇਸ਼ ਆਵੇ, ਬਹੁਤ ਮੰਦਭਾਗੀ ਘਟਨਾ ਵਾਪਰੀ ਹੈ। ਮੈਂ ਬਹੁਤਾ ਕੋਈ ਵੱਡਾ ਬੁਲਾਰਾ ਨਹੀਂ ਹਾਂ, ਪਰ ਇਹੋ ਜਿਹੀਆਂ ਘਟਨਾਵਾਂ ਵਾਪਰਨੀਆਂ ਬੰਦੇ ਦੇ ਦਿਲ ਨੂੰ ਬਲੂੰਦਰ ਦਿੰਦੀਆਂ। ਉਹ ਬੱਚਾ ਜਿਹੜਾ ਸਾਨੂੰ ਇੰਨਾ ਕੁਛ ਸਿਖਾਉਂਦਾ ਹੈ, ਆਪਣੀ ਉਮਰ ਤੋਂ ਜ਼ਿਆਦਾ ਸਿਆਣਾ ਹੈ, ਤੇ ਉਹਦੇ ਨਾਲ ਇਹ ਘਟਨਾ ਵਾਪਰ ਜੇ, ਇਹ ਬਹੁਤ ਬੜੀ ਮਾੜੀ ਗੱਲ ਹੋਈ ਹੈ। ਸਾਨੂੰ ਜੋ ਵੀ ਇੱਥੇ ਮੈਂਬਰ ਸਾਡੇ ਜਿਹੜੇ ਜ਼ਿੰਮੇਵਾਰ ਆ ਉਹ ਬੈਠੇ ਹੈ, ਜੋ ਫੈਸਲਾ ਕਰਨਗੇ ਉਹਦੇ ਮੁਤਾਬਕ ਸਾਰਿਆਂ ਨੂੰ ਅੱਜ ਤੋਂ ਸਗੰਧ ਖਾ ਕੇ ਉਹ ਜਿੰਨਾ ਚਿਰ ਇਹ ਮਸਲਾ ਹੱਲ ਨਹੀਂ ਹੁੰਦਾ ਤੇ ਪ੍ਰਣ ਕਰਨਾ ਚਾਹੀਦਾ ਵੀ ਕੋਈ ਵੀ ਬੰਦਾ ਜਿੱਥੇ ਵੀ ਡਿਊਟੀ ਲੱਗੇ ਉੱਥੋਂ ਹਿੱਲੂ ਨਹੀਂ, ਚਾਹੇ ਸਿਰ ਚਲਿਆ ਜਾਵੇ। ਇੰਨਾ ਹੀ ਕਹਿੰਦਾ ਹੋਇਆ ਮੈਂ ਗੁਰੂ ਸਾਹਿਬ ਦੀ ਹਜ਼ੂਰੀ 'ਚ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੇਖੋ ਮਾੜਾ ਜਿਹਾ ਕੋਈ ਵੀ ਮੈਂਬਰ ਜਿਹੜਾ ਸਾਡਾ ਹੈ ਉਹ ਆ ਕੇ ਦੋ ਸ਼ਬਦ ਬੋਲੇ ਜ਼ਰੂਰ। ਕੋਈ ਵਿੱਚ ਬੋਲੂਗਾ 2 ਮਿੰਟ, ਠੀਕ ਹੈ, ਤੋਂ ਬਾਅਦ ਕੁਝ ਕੁਝ ਆਪਣੇ ਸਾਹਮਣੇ ਸਟੇਜ ਮੈਂ ਕੋਈ ਵਿਚਾਰ ਕਰਿਆ। ਅੱਜ ਕੋਈ ਵੀ ਬੰਦਾ ਬੋਲੋ ਆ ਕੇ। ਹਾਂਜੀ, ਹੁਣ ਸਾਡੇ ਨਾਲ ਸੁਖਪ੍ਰੀਤ ਸਿੰਘ ਜੀ ਛੋਟਾ ਗੁਰੂਸਰ ਮਹਾਰਾਜ ਤੋਂ ਸਾਡੇ ਨਾਲ ਵਾਰਤਾਲਾਪ ਕਰਨਗੇ। ਇਹਨਾਂ ਦੇ ਵਿਚਾਰ ਸੁਣੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਸਤਿਗੁਰਾਂ ਦੀ ਪਵਿੱਤਰ ਹਜ਼ੂਰੀ ਅੰਦਰ ਜੁੜਮਿਲ ਬੈਠੀ ਗੁਰੂ ਖਾਲਸਾ ਰੂਪ ਸਾਧ ਸੰਗਤ ਜੀਓ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪ ਸਰਬਤ ਸੰਗਤਾਂ ਜਾਣੂ ਹੋ, ਜੋ ਸਾਡੇ ਬੜੇ ਸਤਿਕਾਰਯੋਗ ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ, ਉਹਨਾਂ ਨਾਲ ਕੱਲ੍ਹ ਜਿਹੜੀ ਮੰਦਭਾਗੀ ਘਟਨਾ ਵਾਪਰੀ ਹੈ, ਇਹ ਬੜੇ ਦੁੱਖ ਵਾਲੀ ਗੱਲ ਹੈ। ਕਿਉਂਕਿ ਜਿੱਥੋਂ ਤੱਕ ਅਸੀਂ ਜਾਣਦੇ ਹਾਂ ਭਾਈ ਸਾਹਿਬ ਹਰਜੀਤ ਸਿੰਘ ਨੂੰ ਬੜਾ ਲੰਮੇਰਾ ਸਮਾਂ, ਲੰਮੇ ਸਮੇਂ ਤੋਂ ਸਾਡਾ ਜਿਹੜਾ ਭਾਈ ਹਰਜੀਤ ਸਿੰਘ ਨਾਲ ਵਾਹ ਵਾਸਤਾ ਹੈ। ਕਿਉਂਕਿ ਗੁਰਦੁਆਰਾ ਛੋਟਾ ਗੁਰੂਸਰ ਮਹਾਰਾਜ ਅਸੀਂ ਲੰਮਾ ਸਮਾਂ ਕੀਰਤਨ ਦੀ ਜਿਹੜੀ ਹਾਜ਼ਰੀ ਹੈ ਉਹ ਭਾਈ ਹਰਜੀਤ ਸਿੰਘ ਦੇ ਨਾਲ ਦਾਸ ਨੇ ਸਾਈਡ ਤੇ ਸੇਵਾ ਕੀਤੀ ਹੈ। ਬੜੇ ਨਿੱਘੇ ਸੁਭਾਅ ਦੇ ਮਾਲਕ, ਬੜੀ ਨਿਮਰਤਾ ਵਾਲੇ ਸਿੰਘ ਹਨ। ਇਹ ਜੋ ਕੱਲ੍ਹ ਜਿਹੜੇ ਮਸਟੰਡਿਆਂ ਵੱਲੋਂ
ਗੁਰੂ ਦੀ ਜਿਹੜੀ ਪੱਗ ਦੀ ਬੇਅਦਬੀ ਕੀਤੀ ਹੈ, ਗੁਰੂ ਦੇ ਕਕਾਰਾਂ ਦੀ ਬੇਅਦਬੀ ਕੀਤੀ ਹੈ, ਇਹ ਬੜੀ ਮਾੜੀ ਤੇ ਨਿੰਦਣਯੋਗ ਗੱਲ ਹੈ। ਆਪ ਸਰਬੱਤ ਸੰਗਤ ਬੜੇ ਸੂਝਵਾਨ ਪਤਵੰਤੇ ਸੱਜਣ ਬੈਠੇ ਹੋ। ਗੁਰਦੁਆਰਾ ਛੋਟਾ ਗੁਰੂ ਸਾਹਿਬ ਮਹਾਰਾਜ ਦੀ ਸਮੁੱਚੀ ਜਥੇ ਵੱਲੋਂ ਦਾਸ ਨੂੰ ਬਾਬਾ ਜੋਗਿੰਦਰ ਸਿੰਘ ਹੋਣ ਵਾਲਾ ਹੁਕਮ ਹੋਇਆ ਸੀਗਾ ਵੀ ਉੱਥੇ ਜਿਹੜੀ ਹਾਜ਼ਰੀ ਹੈ ਉਹ ਲਵਾ ਦਿਓ ਸਾਡੀ। ਉਹਨਾਂ ਦਾ ਕੋਈ ਜ਼ਰੂਰੀ ਰੁਝੇਵਾਂ ਸੀ, ਉਹ ਪਹੁੰਚ ਨਹੀਂ ਸਕੇ। ਇਸ ਕਰਕੇ ਉਹਨਾਂ ਵੱਲੋਂ ਇਹ ਹਾਜ਼ਰੀ ਹੈ। ਭਾਈ ਹਰਜੀਤ ਸਿੰਘ ਨੂੰ ਅਸੀਂ ਹੌਸਲਾ ਦਿੰਦੇ ਹਾਂ ਵੀ ਇਹ ਸਮੁੱਚਾ ਜਥਾ ਹੀ ਤੁਹਾਡੇ ਨਾਲ ਹੈ, ਔਰ ਸਾਰੀਆਂ ਸੰਗਤਾਂ ਜਿਹੜੀ ਸੰਗਤ ਨੂੰ ਉੱਥੇ ਪਤਾ ਲੱਗਿਆ ਹੈ ਉਹਨਾਂ ਨੇ ਇਸ ਗੱਲ ਦੀ ਨਿਖੇਧੀ ਕੀਤੀ ਹੈ ਵੀ ਬੜੀ ਨਿੰਦਣਯੋਗ ਗੱਲ ਹੈ। ਮਹਾਰਾਜ ਦੀਆਂ ਸਾਰੀਆਂ ਸੰਗਤਾਂ ਭਾਈ ਸਾਹਿਬ ਦੇ ਨਾਲ ਹਨ। ਅੱਗੇ ਜਿਸ ਤਰ੍ਹਾਂ ਵੀ ਸੰਗਤ ਦਾ ਹੁਕਮ ਹੋਏਗਾ ਉਸੇ ਤਰ੍ਹਾਂ ਸਾਰਾ ਜਥਾ, ਸਾਰੀਆਂ ਸੰਗਤਾਂ ਨਾਲ ਹਨ। ਉਸੇ ਹੁਕਮ ਮੁਤਾਬਕ ਹੀ ਅਸੀਂ ਡਟ ਕੇ ਉਹਨਾਂ ਮਸਟੰਡਿਆਂ ਦਾ ਵਿਰੋਧ ਕਰਾਂਗੇ ਜੀ। ਇਤਨੀਆਂ ਬੇਨਤੀਆਂ ਕਰਦਾ ਦਾਸ ਖੇਮਾ ਦਾ ਜਾਚਕ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਹੁਣ ਸਾਡੇ ਨਾਲ ਸੁਖਪ੍ਰੀਤ ਸਿੰਘ ਜੀ ਨੇ ਸਾਂਝ ਪਾਈ ਹੈ, ਵਿਆਖਿਆਨ ਕੀਤਾ ਹੈ ਵੀ ਅਸੀਂ ਪੂਰੇ ਤਨ ਮਨ ਨਾਲ ਪੂਰਾ ਜਥਾ ਭਾਈ ਸਾਹਿਬ ਦੀ ਮਦਦ 'ਤੇ ਹਾਂ। ਅਤੇ ਹੁਣ ਇਸ ਤੋਂ ਬਾਅਦ ਗੁਰਵਿੰਦਰ ਸਿੰਘ ਜੀ ਮਹਾਰਾਜ ਬਸਤੀ ਗੁਰਦੁਆਰਾ ਸਾਹਿਬ ਤੋਂ ਸਾਡੇ ਨਾਲ ਆਪਣੇ ਵਿਚਾਰ ਸਾਂਝੇ ਕਰਨਗੇ। ਗੁਰਵਿੰਦਰ ਸਿੰਘ ਜੀ। ਚਬਰ ਛਤਰ ਤਖਤ ਦੇ ਮਾਲਕ ਪਾਤਸ਼ਾਹ ਜੀ ਦੇ ਹਜ਼ੂਰੀ ਅੰਦਰ ਸਾਰੇ ਆਪਾਂ ਰਲ ਮਿਲ ਕੇ ਇਕੱਠੇ ਹੋਏ ਹਾਂ। ਸਭ ਤੋਂ ਪਹਿਲਾਂ ਗੁਰੂ ਭਗਤੀ ਬਖਸ਼ੀ ਫਤਿਹ ਸਾਂਝ ਕਰੋ ਜੀ। ਅਦਬ ਸਤਿਕਾਰ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ। ਵੀਰ ਹਰਜੀਤ ਸਿੰਘ ਜੀ ਤਕਰੀਬਨ ਸਾਲ ਦੇ ਕਰੀਬ ਇਹਨਾਂ ਨੂੰ ਹੋ ਚੁੱਕਿਆ ਇੱਥੇ ਡਿਊਟੀ ਕਰਦਿਆਂ ਨੂੰ, ਤੇ ਦਾਸ ਨੂੰ ਅਕਸਰ ਹੀ ਇਹ ਮਿਲਦੇ ਰਹਿੰਦੇ ਨੇ। ਜੋ ਵੀਰ ਉਹ ਗੱਲਾਂ ਕਰਦੇ ਹਨ ਵੀ ਇਹ ਕੁਝ ਉਹਨਾਂ ਨੂੰ ਔਖੇ ਬੋਲੇ, ਇਸ ਤਰ੍ਹਾਂ ਦੀ ਤਾਂ ਕੋਈ ਗੱਲ ਹੋ ਨਹੀਂ ਸਕਦੀ। ਸੋ ਮੈਂ ਬੇਨਤੀ ਕਰਾਂਗਾ ਸਾਰੇ ਹੀ ਜਿੰਨੇ ਲਾਈਵ ਸੁਣ ਰਹੇ ਨੇ ਵੀਰ, ਜੋ ਵੀਰ ਦੇ ਨਾਲ ਇਹ ਘਟਨਾ ਵਾਪਰੀ ਹੈ ਕੱਲ੍ਹ ਨੂੰ ਆਪਣੇ ਨਾਲ ਵੀ ਇਹ ਵਾਪਰ ਸਕਦਾ ਹੈ। ਵੈਸੇ ਤੇ ਹੁਣ ਜੋ ਔਰੰਗਜ਼ੇਬ ਦੀ ਨੀਤੀ ਸੀ ਉਹ ਦੁਬਾਰਾ ਤੋਂ ਪੈਦਾ ਹੋ ਚੁੱਕੀ ਹੈ, ਕਿਉਂਕਿ ਜਿਸ ਵਕਤ ਔਰੰਗਜ਼ੇਬ ਨੇ ਇਹ ਐਲਾਨ ਕੀਤਾ ਵੀ ਜਿੰਨੇ ਟਲ ਖੜਕਦੇ ਨੇ ਮੰਦਰਾਂ ਦੇ ਵਿੱਚ ਇਹਨਾਂ ਨੂੰ ਬੰਦ ਕੀਤਾ ਜਾਏ, ਬੰਦ ਕੀਤੇ ਗਏ। ਉਸ ਤੋਂ ਬਾਅਦ ਉਹਨੇ ਦੂਸਰੀ ਨੀਤੀ ਅਪਣਾਈ ਕਿ ਮੰਦਰ ਢਾਹ ਦਿੱਤੇ ਜਾਣ, ਉਹ ਵੀ ਹੋ ਗਿਆ ਕਿਉਂਕਿ ਉਸ ਨੂੰ ਸਹਿਣ ਕਰ ਲਿਆ। ਜਦੋਂ ਸਹਿਣ ਕੀਤਾ ਜਾਂਦਾ ਹੈ ਉਹਦੇ 'ਤੇ ਉਹ ਜਿਹੜਾ ਉਹਦਾ ਰੁਤਬਾ ਹੈ, ਉਹਦੀ ਸੋਚਣ ਸ਼ਕਤੀ, ਉਹਨੂੰ ਪਹਿਲ ਮਿਲ ਜਾਂਦੀ, ਉਹ ਅੱਗੇ ਵੱਧ ਜਾਂਦਾ ਹੈ। ਸੋ ਅੱਜ ਜੋ ਵੀਰ ਦੇ ਨਾਲ ਵਾਪਰਿਆ ਹੈ, ਅਸੀਂ ਵੀ ਗ੍ਰੰਥੀ ਸਿੰਘ ਹਾਂ, ਗੁਰਦੁਆਰਾ ਸਾਹਿਬ ਦੇ ਵਿੱਚ ਮਹਾਰਾਜ ਵਾਸਤੇ ਡਿਊਟੀ ਕਰਦੇ ਹਾਂ। ਸੋ ਕੱਲ੍ਹ ਨੂੰ ਸਾਡੇ ਨਾਲ ਵੀ ਹੋ ਸਕਦਾ ਹੈ। ਜੇਕਰ ਅੱਜ ਇਹਨਾਂ ਦੇ ਨੱਕ ਨਕੇਲ ਨਾ ਪਾਈ ਗਈ ਤਾਂ ਬਹੁਤ ਵੱਡੀ ਗੱਲ ਹੋਵੇਗੀ ਕਿ ਸਾਡੇ ਵੱਲ ਵੀ ਉਂਗਲੀ ਕਰ ਸਕਦੇ ਨੇ। ਸੋ ਮੈਂ ਸਾਰੇ ਹੀ ਜਿੰਨੇ ਵੀ ਲਾਈਵ ਸੁਣ ਰਹੇ ਨੇ, ਫੇਸਬੁੱਕ 'ਤੇ ਲਾਈਵ ਹੈ ਜਾਂ ਹੋਰ ਵੀ ਇਲਾਕੇ ਦੀਆਂ ਸੰਗਤਾਂ ਨੂੰ ਜਿੱਥੋਂ ਤੱਕ ਭਾਈ ਪਤਾ ਲੱਗਿਆ ਹੈ, ਆਪ ਜੀ ਨਾਮਦੇਵ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ। ਬੇਅਦਬੀ ਕਦੇ ਗੁਰੂ ਸਾਹਿਬ ਜੀ ਦੀ ਕੀਤੀ ਜਾਂਦੀ ਹੈ, ਕਦੇ ਗੁਰੂ ਸਾਹਿਬ ਜੀ ਦੇ ਕਕਾਰਾਂ ਦੀ। ਬੇਅਦਬੀ ਹੈ। ਸੋ ਜਿੱਥੇ ਅਸੀਂ ਕਿਸਾਨ ਵੀਰਾਂ ਦੇ ਨਾਲ ਬੜਾ ਸੰਘਰਸ਼ ਲੜ ਰਹੇ ਹਾਂ ਰਲ ਕੇ, ਉੱਥੇ ਸਾਨੂੰ ਇਹੋ ਜਿਹੇ ਸੰਘਰਸ਼ਾਂ ਵਿੱਚ ਵੀ ਪਹੁੰਚਣ ਦੀ ਲੋੜ ਹੁੰਦੀ ਹੈ। ਸੋ ਮੈਂ ਸਤਿਗੁਰੂ ਅੱਗੇ ਬੇਨਤੀ ਕਰਾਂਗਾ, ਪਾਤਸ਼ਾਹ ਜੀ ਕਿਰਪਾ ਕਰਿਓ, ਇਸ ਜੋ ਘਟਨਾ ਕਰਨ ਵਾਲੇ ਦੁਸ਼ਟ ਨੇ ਉਹਨਾਂ ਨੂੰ ਸਖਤ ਤੋਂ ਸਖਤ ਸਜ਼ਾ ਮਿਲੇ। ਇਸ ਦੁਨੀਆ ਦੀ ਕਚਹਿਰੀ ਤੋਂ ਬਚ ਸਕਦੇ ਨੇ, ਪਰ ਅਕਾਲ ਪੁਰਖ ਵਾਹਿਗੁਰੂ ਪ੍ਰਮਾਤਮਾ ਦੀ ਕਚਹਿਰੀ ਤੋਂ ਕਦੇ ਵੀ ਬਚ ਨਹੀਂ ਹੋਣਾ। ਸੋ ਮੈਂ ਦੁਬਾਰਾ ਤੋਂ ਫੇਰ ਬੇਨਤੀ ਕਰਾਂਗਾ, ਜਿੰਨੇ ਵੀ ਲਾਈਵ ਸੁਣ ਰਹੇ ਨੇ, ਆਪ ਜੀ ਨਾਮਦੇਵ ਗੁਰਦੁਆਰਾ ਸਾਹਿਬ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ। ਹੋਈਆਂ ਭੁੱਲਾਂ ਦੀ ਖਿਮਾ, ਅਦਬ ਸਤਿਕਾਰ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਸਾਹਿਬ ਨੇ ਸਾਡੇ ਨਾਲ ਵਿਚਾਰਾਂ ਦੀ ਸਾਂਝ ਕੀਤੀ ਹੈ। ਉਹਨਾਂ ਨੇ ਆਪਣੇ ਵੱਲੋਂ ਪੂਰੇ ਜ਼ੋਰ ਸ਼ੋਰ ਨਾਲ ਹਿੱਸਾ ਲੈਣ, ਨਾਲ ਖੜ੍ਹਨ ਦੀ ਪ੍ਰਣ ਕੀਤਾ। ਅਤੇ ਮੈਂ ਇੱਥੇ ਇੱਕ ਗੱਲ ਹੋਰ ਸਾਂਝੀ ਕਰਨੀ ਚਾਹੁੰਦਾ ਵੀ ਸਾਡਾ
ਨਾਮਦੇਵ ਭਾਈਚਾਰੇ ਦਾ ਗੁਰਦੁਆਰਾ ਤੇ ਨਾਮਦੇਵ ਭਾਈਚਾਰੇ ਦੀਆਂ ਸੰਗਤਾਂ ਨਹੀਂ ਮੈਨੂੰ ਦਿਖ ਰਹੀਆਂ। ਕੁਝ ਬੰਦੇ ਜਿਹੜੇ ਮਾੜਾ ਮੋਟਾ ਇੱਥੇ ਲਿੰਕ ਰੱਖਦੇ ਨੇ ਉਹੀ ਆਏ ਹੈ, ਆਮ ਸੰਗਤਾਂ ਨੂੰ ਕੋਈ ਪ੍ਰਵਾਹ ਨਹੀਂ ਹੈ। ਅਸੀਂ ਇਕੱਲੇ ਆਪਣੇ ਕੰਮਾਂ ਨਾਲ ਵੀ ਨਹੀਂ ਜੁੜਨਾ, ਅਸੀਂ ਧਾਰਮਿਕ ਪ੍ਰਵਿਰਤੀਆਂ ਨਾਲ ਵੀ ਚੱਲਣਾ ਹੁੰਦਾ ਹੈ ਸਮਾਜ ਦੇ ਵਿੱਚ। ਤੇ ਜੇ ਅਸੀਂ ਇਹੋ ਜਿਹੀਆਂ ਗੱਲਾਂ ਕਰਾਂਗੇ ਤਾਂ ਅਸੀਂ ਆਪਣੇ ਵਿਰਸੇ ਨਾਲ ਟੁੱਟ ਜਾਵਾਂਗੇ। ਘੱਟੋ ਘੱਟ ਕਿਤੇ ਹਾਂ ਦਾ ਨਾਅਰਾ ਮਾਰਨ ਵਾਸਤੇ ਤਾਂ ਅਸੀਂ 2 ਮਿੰਟ ਟਾਈਮ ਕੱਢ ਲਈਏ। ਸਾਰੇ ਬੰਦੇ ਹੀ ਕੰਮ ਕਰਨ ਵਾਲੇ ਹੁੰਦੇ ਆ, ਕੋਈ ਨਿਕੰਮਾ ਕੋਈ ਵੀ ਨਹੀਂ ਇੱਥੇ। ਐਡਾ ਵੱਡਾ ਭਾਈਚਾਰਾ ਹੈ, 250 ਘਰ ਹੈ ਤੇ ਬੰਦੇ 2.5 ਹੈ। ਮੈਂ ਅਫਸੋਸ ਨਾਲ ਕਹਿਣਾ ਵੀ ਇਹ ਗੱਲਾਂ ਨਹੀਂ ਹੋਣੀਆਂ ਚਾਹੀਦੀਆਂ। ਘੱਟੋ ਘੱਟ ਜਦੋਂ ਇੱਥੇ ਲੰਗਰ ਬਣਦਾ ਉਹ ਤਾਂ ਅਸੀਂ ਛਕਣ ਵਾਸਤੇ ਸਾਰੇ ਇਕੱਠੇ ਹੋ ਜਾਂਦੇ ਹਾਂ। ਤੇ ਜਿੱਦੇ ਅੱਜ ਸਾਡੀ ਕਿਸੇ ਨੂੰ ਲੋੜ ਹੈਗੀ, ਸਾਡੇ ਇਕੱਲੇ ਸਾਡੇ ਹਰਜੀਤ ਸਿੰਘ, ਸਾਡੇ ਗ੍ਰੰਥੀ ਸਿੰਘ ਦੀ ਬੇਅਦਬੀ ਨਹੀਂ ਹੋਈ, ਇਹ ਤੁਹਾਡੀ ਵੀ ਬੇਅਦਬੀ ਹੈ ਜੇ ਸੋਚੋਗੇ। ਤੇ ਸਾਨੂੰ ਇੱਥੇ ਕਿਸੇ ਨੇ ਰਹਿਣ ਨਹੀਂ ਦੇਣਾ। ਇੰਨੀਆਂ ਗੱਲਾਂ ਨੂੰ ਕਵਰ ਕਰਕੇ ਸੋਚ ਕੇ ਵਿਚਾਰ ਕੇ ਇਹ ਗੱਲਾਂ 'ਤੇ ਧਿਆਨ ਦੇਣ ਦੀ ਜ਼ਰੂਰਤ ਹੈ। ਤੇ ਨਹੀਂ ਵਕਤ ਜਿਹੜਾ ਹੈ ਬਹੁਤ ਮਾੜਾ ਆ ਰਿਹਾ ਹੈ। ਮੈਂ ਇੰਨੇ ਹੀ ਕੁਛ ਗੱਲਾਂ ਸਾਂਝੀ ਕਰਨੀ ਚਾਹੁੰਦਾ ਸੀ, ਮੈਨੂੰ ਕੋਈ ਦਿਸ ਨਹੀਂ ਰਿਹਾ। ਬਾਹਰਲੇ ਬੰਦੇ ਬੈਠੇ ਹੈ ਤੇ ਸਾਡੇ ਬੰਦੇ ਇੱਥੇ ਕੋਈ ਵੀ ਨਹੀਂ ਦਿੰਦਾ ਸਾਨੂੰ। ਗਿਣਤੀ ਦੇ 10 ਜਾਂ 11 ਬੰਦੇ ਹੋਣਗੇ, 15 ਹੋਣਗੇ। ਕਿਉਂ? ਸਾਨੂੰ ਆਪਣੇ ਅੰਦਰ ਝਾਤ ਮਾਰਨੀ ਚਾਹੀਦੀ ਹੈ। ਇਕੱਲੇ ਗੁਰਦੁਆਰੇ ਬਣਾ ਕੇ ਉਹਨਾਂ ਦੀ ਰੱਖਿਆ ਕਰਨ ਵਾਸਤੇ ਵੀ ਕੋਈ ਚਾਹੀਦਾ। ਇੱਟਾਂ ਲਾਉਣ ਦਾ ਕੋਈ ਫਾਇਦਾ ਨਹੀਂ ਉਹਨਾਂ ਚਿਰ। ਇੱਟਾਂ ਨੂੰ ਮੱਥਾ ਨਹੀਂ ਟੇਕਣਾ, ਅਸੀਂ ਉਹਦੇ ਅਸੂਲਾਂ 'ਤੇ ਵੀ ਚੱਲਣਾ ਹੈ। ਕਿਤੇ ਆਪਣੇ ਆਪ 'ਚ ਸਫਾਈ ਵੀ ਰੱਖੀਏ, ਫੇਰ ਗੱਲ ਬਣਦੀ ਹੈ, ਫੇਰ ਹੀ ਰੱਬ ਨਾਲ ਜੁੜਿਆ ਜਾ ਸਕਦਾ ਹੈ। ਤੇ ਨਹੀਂ ਤਾਂ ਅਸੀਂ ਠੋਕਰਾਂ ਖਾਂਦੇ ਵਿੱਚ ਵਿਚਾਲੇ ਰਾਹਾਂ 'ਚ ਹੀ ਰਵਾਂਗੇ। ਤੇ ਮੈਂ ਬੇਨਤੀ ਕਰਦਾ, ਹੋਰ ਕੋਈ ਬੁਲਾਰਾ ਬੋਲਣ ਵਾਲਾ ਹੋਵੇ। ਹਾਂ, ਗੁਰਵਿੰਦਰ ਸਿੰਘ ਗੁਰੂ ਸਰ, ਹਾਂ ਵੱਡਾ ਹੁਣ ਤੁਹਾਡੇ ਨਾਲ ਭਾਈ ਸਾਹਿਬ ਭਾਈ ਗੁਰਵਿੰਦਰ ਸਿੰਘ ਜੀ, ਵੱਡਾ ਗੁਰਦੁਆਰਾ ਸੇਵਾਦਾਰ, ਆਪਣੇ ਵਿਚਾਰ ਸਾਂਝੇ ਕਰਨਗੇ। ਸੰਗਤਾਂ ਧਿਆਨ ਨਾਲ ਸੁਣੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਫਤਿਹ ਤੋਂ ਉਪਰੰਤ ਪਰਮ ਸਤਿਕਾਰ ਜੋ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਸੀ, ਸੋ ਆਪ ਬੜ ਭਾਗੇ ਹੋ ਜੋ ਕਿ ਅੱਜ ਅਸੀਂ ਇੱਕ ਭਾਈਚਾਰਕ ਸਾਂਝ ਨੂੰ ਮੁੱਖ ਰੱਖਦਿਆਂ ਹੋਇਆਂ ਤੇ ਇੱਕ ਗ੍ਰੰਥੀ ਸਿੰਘ ਦੇ ਪੱਗ ਦੇ ਮੁੱਦੇ ਨੂੰ ਲੈ ਕਰਕੇ ਅਸੀਂ ਸਤਿਗੁਰੂ ਦੀ ਹਜ਼ੂਰੀ ਦੇ ਵਿੱਚ ਇਕੱਠੇ ਹੋਏ ਹਾਂ। ਸੋ ਇਹ ਘਟਨਾ ਬਹੁਤ ਵੱਡੀ ਹੈ ਜੋ ਅੱਜ ਚਾਹੇ ਗ੍ਰੰਥੀ ਸਿੰਘ ਦੀ ਪੱਗ ਨੂੰ ਹੱਥ ਪਾਇਆ ਗਿਆ ਜਾਂ ਕਿ ਖਾਲਸੇ ਦੇ ਗਲ ਨੂੰ ਹੱਥ ਪਾਇਆ ਗਿਆ, ਇੱਕ ਬਰਾਬਰ ਹੈ। ਤੇ ਸਮੇਂ-ਸਮੇਂ ਦੇ ਨਾਲ ਜਿਹੜੀਆਂ ਸਰਕਾਰਾਂ ਹੈ ਖਾਲਸੇ ਦੇ ਸਬਰ ਨੂੰ ਪਰਖ ਰਹੀਆਂ ਨੇ। ਤੇ ਮੈਂ ਚਾਹੁੰਦਾ ਵੀ ਜੇਕਰ ਖਾਲਸਾ ਅੱਜ ਸਬਰ ਸੰਤੋਖ ਦੇ ਨਾਲ ਸਮਾਂ ਬਤੀਤ ਕਰ ਰਿਹਾ ਤਾਂ ਉਹਨੂੰ ਕਰਨ ਦਿਓ। ਤੇ ਜਿਸ ਟਾਈਮ ਖਾਲਸੇ ਦਾ ਸਬਰ ਟੁੱਟ ਗਿਆ ਤਾਂ ਹੋ ਸਕਦਾ ਵੀ ਫਿਰ ਸਮਾਂ ਜਿਹੜਾ ਸੰਭਾਲਿਆ ਨਾ ਜਾਵੇ, ਕਿਉਂਕਿ ਅੱਜ ਇੱਕ ਗ੍ਰੰਥੀ ਸਿੰਘ ਦੀ ਪੱਗ ਲਾਹੀ ਹੈ, ਕੱਲ੍ਹ ਨੂੰ ਹੋਰ ਕਿਸੇ ਦੀ ਲਾਈ ਜਾਊ। ਅਸੀਂ ਅਨੇਕਾਂ ਸਿੱਖ ਇਸ ਏਰੀਏ ਦੇ ਵਿੱਚ ਵੱਸਦੇ ਹਾਂ ਤੇ ਸਾਨੂੰ ਸਾਰਿਆਂ ਨੂੰ ਇਕਮੁੱਠ ਹੋ ਕਰਕੇ ਇਹ ਨਜਿੱਠਣਾ ਚਾਹੀਦਾ। ਤੇ ਅਸੀਂ ਇਕੱਠੇ ਹੁਣ ਕਿਸ ਵਾਸਤੇ ਹੋਏ ਹਾਂ? ਅਸੀਂ ਇਕੱਠੇ ਇਸ ਵਾਸਤੇ ਨਹੀਂ ਹੋਏ ਕਿ ਅਸੀਂ ਵਿਚਾਰ ਕਰਕੇ ਤੇ ਅਸੀਂ ਵਾਪਸ ਚਲੇ ਜਾਣਾ ਤੇ ਮੁੱਦਾ ਇੱਥੇ ਦਾ ਇੱਥੇ ਰਹਿ ਜਾਣਾ ਹੈ। ਆਪਾਂ ਉਹਨਾਂ ਨੂੰ, ਉਹਨਾਂ ਮਨਮੁਖਾਂ ਨੂੰ ਜਿਨ੍ਹਾਂ ਨੇ ਕੁਝ ਹੀ ਸ਼ਰਾਰਤ ਕੀਤੀ ਹੈ, ਸੋ ਉਹਨਾਂ ਨੂੰ ਸਜ਼ਾ ਦਿਵਾਉਣ ਵਾਸਤੇ, ਕਾਨੂੰਨੀ ਕਾਰਵਾਈ ਕਰਾਉਣ ਵਾਸਤੇ ਅਸੀਂ ਇੱਥੇ ਇਕੱਠੇ ਹੋਏ ਹਾਂ। ਇੱਕ ਮੈਂਬਰ ਸਾਹਿਬ ਦੇ ਏਰੀਏ ਦੇ ਵਿੱਚ ਇਹ ਘਟਨਾ ਹੋ ਜਾਵੇ, ਬਹੁਤ ਸ਼ਰਮਿੰਦਗੀ ਦੀ ਗੱਲ ਹੈ, ਕਿਉਂਕਿ ਜ਼ਾਲਮ ਨੂੰ ਇਹ ਹਰਕਤ ਕਰਦਿਆਂ ਭੋਰਾ ਵੀ ਡਰ ਨਹੀਂ, ਤੋਂ ਬੜੇ ਹੌਸਲੇ ਦੇ ਨਾਲ ਜਿਹੜੀਆਂ ਇਹ ਹਰਕਤਾਂ ਉਹ ਕਰ ਰਿਹਾ। ਜੇਕਰ ਉਹ ਗੁਰੂ ਵਾਲਾ ਹੁੰਦਾ ਜਾਂ ਗੁਰੂ ਘਰ ਦੇ ਨਾਲ ਮਾੜਾ ਮੋਟਾ ਵੀ ਸਨੇਹ ਰੱਖਦਾ ਹੁੰਦਾ ਤਾਂ ਭਾਈ ਸਾਹਿਬ ਦੇ ਨਾਲ ਇਹ ਘਟਨਾ ਵਾਪਰਨੀ ਨਹੀਂ ਸੀ, ਕਿਉਂਕਿ ਇਹ ਕੰਮ ਹੈ ਮਨਮੁਖਾਂ ਦਾ।
ਤੇ ਮਨਮੁਖਾਂ ਦੇ ਲੋਕ ਹੀ ਹੈ ਜਿਹੜੇ ਉਹ ਐਸੇ ਤਰ੍ਹਾਂ ਉਲਝਦੇ ਨੇ ਗੁਰਮੁਖ ਬੰਦਿਆਂ ਦੇ ਨਾਲ। ਜੇ ਗੁਰੂ ਵਾਲੇ ਹੁੰਦੇ ਤਾਂ ਉਹਨਾਂ ਨੇ ਬਾਬਾ ਜੀ ਨੂੰ ਮਾਫੀ ਵੀ ਦੇਣੀ ਸੀ, ਜਾਂ ਉਹਨਾਂ ਨੇ ਵਿਚਾਰ ਵਟਾਂਦਰਾ ਕਰਕੇ ਫਤਿਹ ਬੁਲਾ ਕੇ ਤੇ ਮਾਮਲਾ ਨਿਬੜ ਜਾਣਾ ਸੀ। ਚਾਹੇ ਗਲਤੀ ਭਾਈ ਸਾਹਿਬ ਦੇ ਵਿੱਚ ਹੁੰਦੀ ਤੇ ਚਾਹੇ ਉਹਨਾਂ ਦੇ ਵਿੱਚ ਹੁੰਦੀ, ਗੱਲ ਸੀ ਸਤਿਕਾਰ ਦੀ। ਪਰ ਉਹ ਮਨਮੁਖਾਂ ਨੇ ਸਤਿਕਾਰ ਨਹੀਂ ਕੀਤਾ ਗ੍ਰੰਥੀ ਸਿੰਘ ਦਾ, ਤੇ ਆਪਣੇ ਹੌਸ ਬੁਲੰਦ ਕਰਦੇ ਹੋਏ ਉਜਲ ਦੀ ਕੋਸ਼ਿਸ਼ ਕੀਤੀ। ਗ੍ਰੰਥੀ ਸਿੰਘ ਦੀ ਹੁਣ ਦਸਤਾਰ ਲਾਹੀ ਗਈ, ਤੇ ਖਾਲਸੇ ਪੰਥ ਦੇ ਵਿੱਚ ਜਿਹੜਾ ਰੁਤਬਾ ਪੱਗ ਦਾ ਉਹ ਬਹੁਤ ਉੱਚਾ ਹੈ। ਜੇਕਰ ਖਾਲਸੇ ਦੀ ਪੱਗ ਨਹੀਂ ਤਾਂ ਫਿਰ ਖਾਲਸਾ ਪੰਥ ਹੀ ਨਹੀਂ। ਇਸ ਕਰਕੇ ਸਾਨੂੰ ਦੁਸ਼ਮਣਾਂ ਦੇ ਨਾਲ ਦੋ ਹੱਥ ਕਰਨੇ ਬਣਦੇ ਹਨ। ਜੇਕਰ ਅੱਜ ਇਸ ਏਰੀਏ ਦੇ ਵਿੱਚ ਅਨੇਕਾਂ ਹੀ ਸਿੱਖ ਵਸਦੇ ਹਨ, ਸਾਡੇ ਭਾਈ ਸਾਹਿਬ ਮਾਸਟਰ ਜੀ ਦੱਸ ਕੇ ਗਏ ਹਨ, ਤੇ ਅਸੀਂ ਇਸ ਮੁੱਦੇ ਤੇ ਇਕੱਠੇ ਹੋਇਆ ਮੁੱਠੀ ਭਰ, ਤੇ ਉਹਨਾਂ ਵਿੱਚੋਂ ਵੀ ਅਸੀਂ ਮੁੱਠੀ ਭਰ ਨੁਮਾਇੰਦੇ ਉਹ ਬੈਠੇ ਹਾਂ ਜੋ ਅਸੀਂ ਕਮੇਟੀਆਂ ਦੇ ਮੈਂਬਰ ਸਾਹਿਬ ਮੌਜੂਦਾ ਹਾਂ। ਤੇ ਜੇਕਰ ਆਪਾਂ ਹੁਣ ਨਾਮ ਦੀ ਗੁਰਦੁਆਰਾ ਸਾਹਿਬ ਦੀ ਕਮੇਟੀ ਦੀ ਗੱਲ ਕਰ ਲਈਏ ਤਾਂ ਸਾਰਾ ਏਰੀਆ ਇਹਨਾਂ ਦੇ ਇਧਰਲੇ ਪਾਸੇ ਵੱਸਦਾ ਹੈ, ਤੇ ਮੌਜੂਦਾ ਕਮੇਟੀ ਦੇ ਮੈਂਬਰ ਆ ਜਿਹੜੇ ਉਹੀ ਇੱਥੇ ਬੈਠੇ ਹਨ, ਤੇ ਹੋਰ ਵੀ ਇਸ ਏਰੀਏ ਦੇ ਵਿੱਚ ਗੁਰਸਿੱਖ ਭਾਈਚਾਰੇ ਜੋ ਸਨੇਹ ਰੱਖਦੇ ਨੇ ਗੁਰੂ ਦੇ ਸਾਹਿਬ ਦੇ ਨਾਲ, ਉਹਨਾਂ ਨੂੰ ਵੀ ਪਹੁੰਚਣਾ ਚਾਹੀਦਾ ਸੀ। ਇਹ ਇਕੱਲੇ ਗ੍ਰੰਥੀ ਦਾ ਮਾਮਲਾ ਨਹੀਂ, ਸਿੱਖ ਪੰਥ ਦਾ ਮਾਮਲਾ ਹੈ। ਤੇ ਅੱਜ ਗ੍ਰੰਥੀ ਸਿੰਘ ਦੇ ਨਾਲ ਇਹ ਘਟਨਾ ਹੋਈ ਹੈ, ਤੇ ਕੱਲ ਨੂੰ ਆਮ ਸਹਿਧਾਰੀ ਸਿੱਖ ਨਾਲ ਵੀ ਹੋ ਸਕਦੀ ਹੈ, ਤਾਂ ਫਿਰ ਵੀ ਸਾਰਿਆਂ ਨੂੰ ਆਪਾਂ ਨੂੰ ਇਕੱਠਾ ਹੋਣਾ ਪੈਣਾ। ਤੇ ਦੂਸਰੀ ਗੱਲ ਇਹ ਹੈ, ਜੇਕਰ ਹੁਣ ਆਪਾਂ ਜ਼ਾਲਮਾਂ ਨੂੰ ਸਜ਼ਾ ਦਿਵਾਉਣੀ ਹੈ ਤਾਂ ਇਹਦੇ ਵਿੱਚ ਹੁਣ ਢਿੱਲ ਨਹੀਂ ਕੀਤੀ ਜਾਣੀ ਚਾਹੀਦੀ। ਜੇਕਰ ਹੁਣ ਕੱਲ 3 ਵਜੇ ਦੀ ਘਟਨਾ ਭਾਈ ਸਾਹਿਬ ਵੀ ਦੱਸ ਰਹੇ ਨੇ ਵੀ 3 ਵਜੇ ਦੀ ਇਹ ਘਟਨਾ ਜਿਹੜੀ ਵਾਪਰੀ ਹੈ, ਤੇ ਸਮਾਂ ਹੁਣ ਵੀ ਤਕਰੀਬਨ 12 ਵਜੇ ਚੱਲੇ ਨੇ, ਤੇ ਹਲੇ ਵੀ ਇਸ ਮੁੱਦੇ ਤੇ ਆਪਾਂ ਵਿਚਾਰ ਵਟਾਂਦਰਾ ਕਰ ਰਹੇ ਹਾਂ। ਤੇ ਜਿਹੜੀ ਹੁਣ ਅਸੀਂ ਵਿਚਾਰ ਵਟਾਂਦਰਾ ਕਰ ਰਹੇ ਹਾਂ, ਕੱਲ ਸ਼ਾਮ ਨੂੰ ਵੀ ਹੋ ਸਕਦਾ ਸੀ। ਅਸੀਂ ਆਪਣੀ ਤਰਫੋਂ ਐਪਲੀਕੇਸ਼ਨ ਪਹਿਲਾਂ ਥਾਣੇ ਨੂੰ ਸੂਚਿਤ ਕਰਦੇ, ਉਹਨਾਂ ਨੂੰ ਨਿਗਾਹ ਦੇ ਵਿੱਚ ਲਿਆਉਂਦੇ ਵੀ ਸਾਡਾ ਪ੍ਰੋਸੀਜਰ ਹੈ, ਜਾਂ ਤਾਂ ਤੁਸੀਂ ਇਹਨਾਂ ਨੂੰ ਕੋਈ ਸਜ਼ਾ ਦਿਓ, ਇਹਨਾਂ ਦੇ ਕਾਨੂੰਨੀ ਕਾਰਵਾਈ ਕਰੋ, ਜਾਂ ਮਾਫੀ ਦਿਵਾਓ ਇਹਨਾਂ ਨੂੰ। ਜੇਕਰ ਪ੍ਰਸ਼ਾਸਨ ਨਹੀਂ ਵੀ ਮੰਨਦਾ ਸੀ, ਉਸ ਤੋਂ ਬਾਅਦ ਇਸ ਮੀਟਿੰਗ ਦੇ ਵਿੱਚ ਜਾਂ ਆਪਾਂ ਹੁਣ ਸਾਰੇ ਭਾਈਚਾਰਕ ਸਾਂਝ ਦੇ ਇਕੱਠੇ ਹੋਏ ਹਾਂ, ਇਹਦੇ ਵਿੱਚ ਹੋਰ ਮੁੱਦੇ ਵਿਚਾਰੇ ਜਾਂਦੇ। ਤੇ ਭਾਈ ਸਾਹਿਬ ਨੇ ਹਾਲੇ 2 ਘੰਟਿਆਂ ਦਾ ਐਲੀਮੀਟਰ ਜਿਹੜਾ ਸੰਗਤ ਨੇ ਵਿਚਾਰ ਕਰਕੇ ਪ੍ਰਸ਼ਾਸਨ ਨੂੰ ਦਿੱਤਾ ਹੈ। ਤੇ ਇਹੋ ਜਿਹੇ ਮੁੱਦਿਆਂ ਦੇ ਵਿੱਚ ਜਦੋਂ ਆਪਾਂ ਕੋਈ ਜ਼ਿਆਦਾ ਸਮਾਂ ਪਾ ਦਿੰਦੇ ਆ ਤਾਂ ਉਹਦੇ ਵਿੱਚ ਕੱਢਣ ਪਾਉਣ ਨੂੰ ਕੁਛ ਨਹੀਂ ਰਹਿੰਦਾ। ਉਦੋਂ ਨੂੰ ਰਹਿੰਦਾ ਕੀ ਆ, ਉਦੋਂ ਨੂੰ ਇਹਦਾ ਬਹੁਤ ਕੁਝ ਹੋ ਜਾਂਦਾ ਹੈ। ਕੱਲ ਦਾ ਸਮਾਂ ਨਿਕਲ ਗਿਆ, 2 ਅੱਜ ਵੱਜ ਗਏ, ਉਸ ਤੋਂ ਬਾਅਦ ਹਲੇ ਜਾ ਕੇ ਫਿਰ ਆਪਾਂ ਥਾਣੇ ਜਾਵਾਂਗੇ, ਫਿਰ ਉਹਨੂੰ ਸੂਚਿਤ ਕਰਾਂਗੇ, ਸਮਾਂ ਸਾਰਾ ਆਪਣਾ ਸਾਰਾ ਬਰਬਾਦ ਹੋ ਗਿਆ। ਸਾਰਾ ਦਿਨ ਨਿਕਲ ਗਿਆ, ਤੇ ਜਿਹੜਾ ਹੁਣ ਜ਼ੁਲਮਕਾਰਾ ਬੰਦਾ ਉਹਨੂੰ ਸਮਾਂ ਬਹੁਤ ਮਿਲ ਗਿਆ ਆਪਣੇ ਬਚਾਅ ਕਰਨ ਵਾਸਤੇ। ਤੋ ਇੰਨੇ ਸਮੇਂ ਦੇ ਵਿੱਚ ਦੀ ਆਪਣਾ ਬਚਾਓ ਕਰ ਸਕਦਾ ਹੈ। ਪ੍ਰਸ਼ਾਸਨ ਵੀ ਉਹਨਾਂ ਦੀ ਫੁੱਲ ਮਦਦ ਕਰੇਗਾ, ਕਿਉਂਕਿ ਅਸੀਂ ਐਸੀਆਂ ਘਟਨਾਵਾਂ ਹੁੰਦੀਆਂ ਜਗਤ ਦੇ ਵਿੱਚ ਦੇਖਦੇ ਹੀ ਹਾਂ। ਤੇ ਮਗਰੋਂ ਜਿਵੇਂ ਹੁਣ ਗੁਰੂ ਗ੍ਰੰਥ ਸਾਹਿਬ ਦੀ ਕਿਤੇ ਬੇਅਦਬੀ ਕੀਤੀ ਜਾਂਦੀ ਆ, ਕਿਤੇ ਗੁਟਕੇ ਪਾੜੇ ਜਾਂਦੇ ਆ, ਕਿਤੇ ਰੁਮਾਲੇ ਖਿੱਚੇ ਜਾਂਦੇ ਆ, ਜਾਂ ਕਿਤੇ ਅਗਨਾਂ ਭੇਟ ਕੀਤੀਆਂ ਜਾਂਦੀਆਂ, ਤਾਂ ਉੱਥੇ ਕੀ ਹੁੰਦਾ ਜੇਕਰ ਜਦੋਂ ਹੁਣ ਅਸੀਂ ਨੁਮਾਇੰਦੇ ਆਪਣੇ ਸਾਰੇ ਇਕੱਠੇ ਹੋ ਕੇ ਉਸ ਮੁੱਦੇ ਤੇ ਵਿਚਾਰ ਵਟਾਂਦਰਾ ਕਰਦੇ ਹਾਂ, ਪ੍ਰਸ਼ਾਸਨ ਦੀ ਮਦਦ ਲੈਂਦੇ ਹਾਂ, ਤਾਂ ਪ੍ਰਸ਼ਾਸਨ ਹੈ ਜਿਹੜਾ ਉਹਨਾਂ ਦੀ ਮਦਦ ਕਰਨ ਦੇ ਵਾਸਤੇ, ਆਪਣੀ ਮਦਦ ਕਰਨ ਦੇ ਵਾਸਤੇ ਕੇਵਲ ਤੇ ਕੇਵਲ ਉਹ ਦੁਸ਼ਮਣ ਦੀ ਮਦਦ ਕਰਦਾ ਹੈ। ਉਸ ਵੇਲੇ ਵਿਚਾਰ ਵਟਾਂਦਰਾ ਹੁੰਦਾ ਹੈ ਤੇ ਉਹਨਾਂ ਨੂੰ ਕਿਹਾ ਜਾਂਦਾ ਹੈ ਵੀ ਹਰਕਤ ਕਰਨ ਵਾਲੇ ਦਾ ਸੰਤੁਲਨ ਵਿਗੜ ਗਿਆ, ਵੀ ਇਹਦੇ ਤੇ ਵੀ ਇਹ ਤਾਂ ਠੀਕ ਹੀ ਨਹੀਂ ਸੀ, ਇਸ ਕਰਕੇ ਇਹਨੂੰ ਮਾਫੀ ਦਿੱਤੀ ਜਾਵੇ। ਇੱਥੇ ਆ ਕੇ ਗੱਲ ਮੁੱਕ ਜਾਂਦੀ ਹੈ। ਉਹਨੂੰ ਮਾਫੀ ਦਵਾ ਕੇ ਖਹਿਣਾ ਜਾ ਕੇ ਅਗਲਾ ਆਪਦੇ ਘਰੇ ਵਗ ਜਾਂਦਾ, ਸਾਡਾ ਜਿਹੜਾ ਮੁੱਦਾ ਵਿੱਚ ਹੀ ਰਹਿ ਜਾਂਦਾ। ਇਸ ਕਰਕੇ ਬੇਨਤੀ ਇਹ ਆ ਸੰਗਤ ਨੂੰ ਵੀ ਇਸ ਮੁੱਦੇ ਨੂੰ ਜ਼ਿਆਦਾ ਠੰਡਾ ਨਾ ਹੋਣ ਦਿੱਤਾ ਜਾਵੇ। ਜੋ ਵੀ ਮਤਲਬ ਆਪਾਂ ਕਰਨਾ ਹੈ, ਕੋਈ ਸਜ਼ਾ ਦਿਵਾਉਣੀ ਆ ਕਾਨੂੰਨ ਦੇ ਦਾਇਰੇ ਦੇ ਵਿੱਚ ਰਹਿ ਕੇ, ਜਾਂ ਉਹਨਾਂ ਨੂੰ ਮਾਫੀ ਦਿਵਾਉਣੀ ਆ, ਜਾਂ ਉਹ ਸੰਗਤ ਦੇ ਵਿੱਚ ਆ ਕੇ ਮਾਫੀ ਮੰਗਦੇ ਆ ਨਿਮਰਤਾ ਸਹਿਤ,
ਜੇਕਰ ਉਹ ਮਾਫੀ ਮੰਗਦੇ ਆ ਤਾਂ ਮਾਫੀ ਦੇਵਾਂਗੇ ਉਹਨਾਂ ਨੂੰ, ਫਰਜ਼ ਬਣਦਾ ਭਰਾਉਣ ਨਿਮਰਤਾ ਦੇ ਨਾਲ। ਪਰ ਜੇਕਰ ਈਰਖਾ ਦਵੇਸ਼ ਭਾਵਨਾ ਦੇ ਨਾਲ ਮਾਫੀ ਮੰਗਦਾ ਤਾਂ ਉਹ ਮਾਫੀ ਦੇਣ ਯੋਗ ਨਹੀਂ। ਤੇ ਕਿਉਂਕਿ ਜਿਵੇਂ ਹੁਣ ਮੈਂਬਰ ਸਾਹਿਬ ਸਾਡੇ ਦੱਸ ਰਹੇ ਸੀ ਵੀ ਉਹਨਾਂ ਨੇ ਸਾਡੇ ਕੋਲ ਤੜਕੇ ਫੋਨ ਵੀ ਕੀਤਾ ਵੀ ਇਹਨਾਂ ਦਾ ਰਾਜੀਨਾਮਾ ਕਰਾ ਦਿਓ। ਰਾਜੀਨਾਮਾ ਕਰ ਲਾਂਗੇ, ਜੇ ਰਾਜੀਨਾਮਾ ਹੀ ਕਰਨਾ ਹੈ ਤਾਂ ਸਿੱਧਾ ਇਹ ਸੰਗਤ ਦੇ ਵਿੱਚ ਆਉਣਾ, ਤੇ ਕਿਸੇ ਨੂੰ ਵਿਚੋਲਾ ਪਾਉਣ ਦੀ ਕੀ ਜ਼ਰੂਰਤ ਹੈ? ਜੇ ਮਾਫੀ ਮੰਗਣੀ ਹੈ ਸੰਗਤ ਦੇ ਵਿੱਚ ਆ ਕੇ ਮੰਗਣਾ। ਤੇ ਹੁਣ ਜਦੋਂ ਵਿੱਚ ਵਿਚੋਲੇ ਪੈਣ ਲੱਗ ਜਾਣਾ ਤਾਂ ਇਹਨਾਂ ਮੁੱਦਿਆਂ ਦਾ ਫਿਰ ਕੁਝ ਨਹੀਂ ਬਣਦਾ। ਇਹ ਮੁੱਦੇ ਬਸ ਇੱਥੋਂ ਤੱਕ ਹੀ ਸੀਮਿਤ ਰਹਿ ਜਾਣਗੇ। ਤੇ ਦੂਸਰੀ ਗੱਲ ਇਹ ਹੈ ਵੀ ਅੱਜ ਅਸੀਂ ਮੁੱਠੀ ਭਰ ਮਤਲਬ ਇਕੱਠੇ ਹੋਏ ਆ, ਤੇ ਬਿੰਦ ਝੱਟ ਨੂੰ ਅਸੀਂ ਹੁਣ 2 ਘੰਟਿਆਂ ਦਾ ਅਲਟੀਮੇਟਰ, ਉਹ ਦਿਨ ਤਾਂ ਅੱਧੇ ਜਿਹੜੇ ਮਤਲਬ ਇੱਥੇ ਸਹਿਯੋਗੀ ਆਪਣੇ ਗੁਰਮੁਖ ਪਿਆਰੇ ਪਹੁੰਚੇ ਨੇ ਸਮਾਂ ਕੱਢ ਕੇ, ਇਹਨਾਂ ਨੇ ਚਲਿਆ ਜਾਣਾ, ਦੂਜੇ ਨੇ ਆ ਜਾਣਾ, ਤੇ ਦੂਜੇ ਆ ਕੇ ਕਰਨਗੇ, ਉਹਨਾਂ ਨੂੰ ਕਿਸੇ ਮੁੱਦੇ ਦਾ ਪਤਾ ਹੀ ਨਹੀਂ ਵੀ ਕੀ ਗੱਲਬਾਤ ਹੋਈ ਹੈ। ਤੇ ਜਦੋਂ ਕਿਸੇ ਨੂੰ ਕਿਸੇ ਗੱਲਬਾਤ ਦਾ ਪਤਾ ਹੀ ਨਹੀਂ ਹੋਵੇਗਾ ਤਾਂ ਉਹ ਗੱਲ ਕਰੇਗਾ ਵੀ ਕਿ ਉੱਥੇ ਜਾ ਕੇ। ਤੇ ਜਦੋਂ ਨੂੰ ਅਸੀਂ ਥਾਣੇ ਪਹੁੰਚਣਾ ਹੈ ਤੇ ਉੱਥੇ ਜਾਣ ਤਾਂ ਫਿਰ ਨਾਮਦੇਵ ਜੀ ਗੁਰਦੁਆਰੇ ਕਮੇਟੀ ਵਾਲੇ ਮੈਂਬਰ ਰਹਿ ਜਾਣਗੇ, ਤੇ ਜਾਂ ਕੋਈ ਜਿਹੜੇ ਭਾਈਚਾਰੇ ਨੇ ਆਪਣੇ ਆਸੇ-ਪਾਸੇ ਸਹਿਯੋਗੀ ਉਹਨਾਂ ਦੇ, ਉਹ ਰਹਿ ਜਾਣਗੇ। ਆਪਾਂ ਆਪਣੇ ਕੰਮਾਂ ਧੰਦੇ ਦੇ ਜਿੱਥੇ ਵੀ ਡਿਊਟੀਆਂ ਆਪਣੀਆਂ ਲੱਗੀਆਂ ਨੇ ਉਹਨਾਂ ਦੇ ਵਿੱਚ ਰੁੱਝ ਜਾਵਾਂਗੇ। ਇਸ ਕਰਕੇ ਇਸ ਮਾਮਲੇ ਨੂੰ ਜ਼ਿਆਦਾ ਠੰਡਾ ਨਾ ਕੀਤਾ ਜਾਵੇ, ਜਲਦੀ ਤੋਂ ਜਲਦੀ ਕੋਈ ਨਾ ਕੋਈ ਦਾ ਹੱਲ ਲੱਭਿਆ ਜਾਵੇ। ਤੇ ਦੂਸਰੀ ਗੱਲ ਇਹ ਆ ਬਈ, ਬੇਨਤੀ ਜਿਹੜੀਆਂ ਲੋਕਲ ਕਮੇਟੀਆਂ ਗੁਰੂ ਘਰਾਂ ਦੀਆਂ ਬਣੀਆਂ ਨੇ, ਸੋ ਚਾਹੇ 10 ਮੈਂਬਰ ਆ, ਚਾਹੇ 5 ਮੈਂਬਰ ਹੈ, ਚਾਹੇ ਕਿਸੇ ਦੇ ਗੁਰੂ ਘਰ ਦੇ 11 ਮੈਂਬਰ ਨੇ, ਸੋ ਇਕੱਲੇ ਗ੍ਰੰਥੀ ਸਿੰਘ ਦਾ ਇਹ ਫਰਜ਼ ਨਹੀਂ ਬਣਦਾ ਵੀ ਗੁਰੂ ਘਰ ਇਹ ਗ੍ਰੰਥੀ ਸਿੰਘ ਨਹੀਂ ਸੰਭਾਲਣਾ ਸਾਰਾ। ਅਸੀਂ ਕੋਈ ਮਤਲਬ ਚੌਧਰ ਕਰਨ ਵਾਸਤੇ ਗੁਰੂ ਘਰ ਦੇ ਜਿਹੜੇ ਮੈਂਬਰ ਜਾਂ ਉਹ ਨਹੀਂ ਬਣਦਾ। ਅਸੀਂ ਸੇਵਾਦਾਰ ਹਾਂ ਤਾਂ ਸੇਵਾਦਾਰ ਬਣ ਕੇ ਅਸੀਂ ਗੁਰੂ ਘਰਾਂ ਦੀ ਜਿਹੜੀ ਸੇਵਾ ਉਹ ਕਰੀਏ, ਤੇ ਗ੍ਰੰਥੀ ਸਿੰਘ ਦਾ ਵੀ ਅਸੀਂ ਸਤਿਕਾਰ ਕਰੀਏ, ਉਹਨੂੰ ਪੂਰਾ ਸਹਿਯੋਗ ਦਈਏ। ਸੁਬਾਹ ਸ਼ਾਮ ਜਦੋਂ ਗ੍ਰੰਥੀ ਸਿੰਘ ਜਾਂ ਅੰਮ੍ਰਿਤ ਵੇਲੇ ਨਿਤਨੇਮ ਕਰਦਾ ਜਾਂ ਸ਼ਾਮ ਨੂੰ ਸਮਾਪਤੀ ਕਰਦਾ, ਨਿਤਨੇਮ ਵੇਲੇ ਕਰਦਾ ਹੈ, ਤਾਂ ਸਾਡੇ 2-4 ਮੈਂਬਰ 5 ਮੈਂਬਰ ਅੱਡੋ ਅੱਡ ਉਹਨਾਂ ਦਾ ਟਾਈਮ ਟੇਬਲ ਬਣਾਓ, ਡਿਊਟੀਆਂ ਅਰੇਂਜਮੈਂਟ ਕਰੋ ਉਹਨਾਂ ਦੀਆਂ, ਤੇ ਗੁਰੂ ਘਰੇ ਆ ਕੇ ਗ੍ਰੰਥੀ ਸਿੰਘ ਦੇ ਨਾਲ ਸਹਿਯੋਗ ਦਿਓ। ਇਹ ਕਮੇਟੀਆਂ ਦਾ ਫਰਜ਼ ਬਣਦਾ ਹੈ, ਨਾ ਕਿ ਚੌਧਰ ਕਰਨ ਦਾ, ਕਿਉਂਕਿ ਚੌਧਰਾ ਕਰਨ ਵਾਲੇ ਹੋਰ ਬਥੇਰੇ ਨੇ ਇੱਥੇ। ਤੇ ਗੁਰੂ ਘਰ ਦੀ ਸੇਵਾ ਸੇਵਕ ਬਣ ਕੇ ਕੀਤੀ ਜਾ ਸਕਦੀ ਹੈ, ਨਾ ਕਿ ਕੋਈ ਪ੍ਰਧਾਨ ਜਾਂ ਉੱਤਮ ਅਹੁਦੇ ਪਾ ਕੇ ਜਿਹੜੀ ਉਹ ਸੇਵਾ ਕੀਤੀ ਜਾ ਸਕਦੀ ਹੈ। ਇਸ ਕਰਕੇ ਗੁਰੂ ਘਰ ਦੀਆਂ ਕਮੇਟੀਆਂ ਦੇ ਜਿਹੜੇ ਮੈਂਬਰਾਂ ਨੇ ਉਹਨਾਂ ਨੂੰ ਬੇਨਤੀ ਆ, ਭਾਈ ਵੱਧ ਤੋਂ ਵੱਧ ਸਹਿਯੋਗ ਗ੍ਰੰਥੀ ਸਿੰਘ ਦਾ ਦਿਆ ਕਰੋ। ਸੁਬਾਹ ਸ਼ਾਮ ਇੱਥੇ ਗੁਰੂ ਘਰੇ ਹਾਜ਼ਰ ਵੀ ਹੋਵੋ, ਤੇ ਜੇ ਕੋਈ ਗ੍ਰੰਥੀ ਸਿੰਘ ਨੂੰ ਦਿੱਕਤ ਆਉਂਦੀ ਹੈ ਤਾਂ ਉਹਦੇ ਵਿੱਚ ਵੀ ਢਿੱਲ ਨਹੀਂ ਕਰਨੀ। ਉਹ ਕਮੇਟੀ ਦਾ ਫਰਜ਼ ਬਣਦਾ ਹੈ ਸਭ ਤੋਂ ਪਹਿਲਾਂ ਜਾ ਕੇ, ਕਿਉਂਕਿ ਗ੍ਰੰਥੀ ਸਿੰਘ ਚਾਹੇ ਕਿਤੋਂ ਦਾ ਵੀ ਹੈ, ਬਾਹਰੋਂ ਨਗਰਾਂ 'ਚੋਂ ਆ ਕੇ ਵੀ ਕਿ ਗ੍ਰੰਥੀ ਸਿੰਘ ਸਾਡੇ ਗੁਰੂ ਘਰਾਂ ਦੇ ਵਿੱਚ ਰਹਿੰਦੇ ਨੇ, ਉੱਥੇ ਸਿਰਫ ਇੱਕੋ ਇੱਕ ਆਸਰਾ ਹੁੰਦਾ ਹੈ ਕਮੇਟੀ ਦੇ ਮੈਂਬਰਾਂ। ਉਹਨੂੰ ਕੋਈ ਸ਼ਹਿਰ ਦੇ ਨੇੜੇ ਤੇੜੇ ਜਾਣ ਦਾ ਨਹੀਂ ਹੁੰਦਾ, ਉਹਦੀ ਟੇਕ ਹੁੰਦੀ ਆ ਕਮੇਟੀ ਦੇ ਮੈਂਬਰਾਂ ਤੇ, ਕਿਉਂਕਿ ਜਾਣ ਪਛਾਣ ਹੀ ਕਮੇਟੀ ਦੇ ਮੈਂਬਰਾਂ ਨਾਲ ਹੋਈ ਹੁੰਦੀ ਹੈ। ਤੇ ਉਹਨਾਂ ਦੇ ਸਿਰ ਤੇ ਉੱਥੇ ਜਿਹੜੇ 4 ਦਿਨ ਵਧੀਆ ਕੱਢਦਾ ਹੈ, ਤੇ ਉਹਨਾਂ ਦੇ ਸਹਿਯੋਗ ਨਾਲ ਹੀ ਜਿਹੜੀ ਗੁਰੂ ਘਰ ਦੀ ਸੇਵਾ ਹੁੰਦੀ ਹੈ। ਤੇ ਸੇਵਾ ਉਹਨਾਂ 'ਚ ਕੀ ਹੁੰਦੀ ਹੈ ਫਿਰ ਜਿੰਨਾ 'ਚ ਗ੍ਰੰਥੀ ਸਿੰਘ ਦਾ ਆਪਾਂ ਸਹਿਯੋਗ ਦਿੰਦੇ ਹਾਂ। ਤੇ ਇਸ ਕਰਕੇ ਸਾਡਾ ਫਰਜ਼ ਬਣਦਾ ਵੀ ਵੱਧ ਤੋਂ ਵੱਧ ਜੇਕਰ ਅਸੀਂ ਗੁਰੂ ਘਰਾਂ ਦੇ ਸੇਵਾਦਾਰ ਬਣੇ ਆ ਤਾਂ ਸੇਵਾਦਾਰ ਬਣ ਚੌਧਰਾ ਕਰਨ ਦੇ ਨਾਲ ਈਰਖਾ ਦਬੈਂਸੀ ਜਿਹੜੀ ਸਾਡੇ ਪੱਲੇ ਪੈਣੀ ਆ, ਤੇ ਨਾ ਹੀ ਅਸੀਂ ਇਹਦੇ ਵਿੱਚੋਂ ਕੁਝ ਅਸੀਂ ਹਾਸਲ ਕਰ ਸਕਦੇ ਹਾਂ। ਸੋ ਮੈਂ ਦੁਬਾਰਾ ਫਿਰ ਬੇਨਤੀ ਕਰਾਂ ਵੀ ਜਲਦੀ ਤੋਂ ਜਲਦੀ ਇਹ ਜਿਹੜਾ ਕੋਈ ਇਹਨਾਂ ਦੁਸ਼ਮਣਾਂ ਦਾ ਜੋ ਭਾਈ ਸਾਹਿਬ ਤੇ ਜਿਨ੍ਹਾਂ ਨੇ ਹੱਥ ਚੁੱਕਿਆ, ਪੱਗਾਂ ਰੋਲੀਆਂ ਨੇ, ਤੇ ਉਹਨਾਂ ਦਾ ਜਿਹੜਾ ਹੱਲ ਹੈ ਕੋਈ ਜਲਦੀ ਤੋਂ ਜਲਦੀ ਲੱਭਿਆ ਜਾਵੇ, ਕਿਉਂਕਿ ਇਹਦੇ ਵਿੱਚ ਢਿੱਲ ਨਹੀਂ ਕਰਨੀ ਚਾਹੀਦੀ।
ਜੇਕਰ ਅਸੀਂ ਜਿੰਨਾ ਸਮਾਂ ਇਹਨੂੰ ਢਿੱਲ ਦੇਵਾਂਗੇ, ਜਿੰਨਾ ਸਮਾਂ ਇੱਥੋਂ ਦੇ ਲੰਘੇਗਾ, ਤਾਂ ਓਨਾ ਹੀ ਸਾਡਾ ਮਾਮਲਾ ਜਿਹੜਾ ਠੰਡਾ ਹੁੰਦਾ ਜਾਵੇਗਾ, ਤੇ ਠੰਡੇ ਹੁੰਦੇ ਮਾਮਲਿਆਂ ਦੇ ਵਿੱਚ ਕੁਝ ਵੀ ਪੱਲੇ ਨਹੀਂ ਪੈਂਦਾ, ਤੇ ਕੋਈ ਵੀ ਇਹਦਾ ਇਨਸਾਫ ਹੈ ਜਿਹੜਾ ਉਹ ਨਹੀਂ ਮਿਲਦਾ ਸਾਨੂੰ। ਕਿਉਂਕਿ ਅੱਜ ਅਸੀਂ ਦੇਖਦੇ ਹਾਂ ਅਨੇਕਾਂ ਹੀ ਇਹੋ ਜਿਹੇ ਮਾਮਲੇ ਚੱਲਦੇ ਨੇ, ਚੱਲੀ ਜਾ ਰਹੇ ਨੇ, ਤੇ ਉਹਨਾਂ ਦਾ ਕੋਈ ਸਿਰੇ ਲੱਗਦਾ ਨਹੀਂ ਦਿੰਦਾ ਮੈਨੂੰ। ਸੋ ਦਾਸ ਇੰਨੇ ਕੇ ਵਿਚਾਰਾਂ ਕਰਦਿਆਂ ਖਿਮਾ ਦਾ ਜਾਚ ਦਾਸ ਗੁਰਵਿੰਦਰ ਸਿੰਘ ਵੱਡਾ ਗੁਰੂਸਰ ਗੁਰਦੁਆਰਾ SGPC ਮਹਿਰਾਜ ਤੋਂ, ਤੇ ਸਾਡੇ ਸਤਿਕਾਰਯੋਗ ਮੈਨੇਜਰ ਸਾਹਿਬ ਜਗਜੀਤ ਸਿੰਘ, ਅਕਾਊਂਟੈਂਟ ਸਾਹਿਬ ਅਤੇ ਹੋਰ ਸਟਾਫ ਵੀ ਇਸ ਮੁੱਦੇ ਦੇ ਨਾਲ ਤੁਹਾਡੇ ਨਾਲ ਅਸੀਂ ਖੜੇ ਹਾਂ। ਜਿਹੋ ਜਿਹੀ ਵਿਚਾਰ ਵਟਾਂਦਰਾ ਹੋਵੇਗਾ ਤੇ ਅਸੀਂ ਪੂਰਨ ਤੌਰ ਤੇ ਤੁਹਾਨੂੰ ਸਹਿਯੋਗ ਦੇਵਾਂਗੇ। ਤੇ ਪਰ ਕਿਰਪਾ ਕਰਕੇ ਬੇਨਤੀ ਇਹੀ ਹੈ ਵੀ ਇਸ ਮਾਮਲੇ ਨੂੰ ਠੰਡਾ ਨਾ ਹੋਣ ਦਿੱਤਾ ਜਾਵੇ, ਤੇ ਜੋ ਵੀ ਹੱਲ ਇਹਦਾ ਆਪਾਂ ਲੱਭਣਾ ਹੈ ਸੋ ਜਲਦੀ ਤੋਂ ਜਲਦੀ ਕੋਈ ਨਾ ਕੋਈ ਸਾਨੂੰ ਹੱਲ ਲੱਭਣਾ ਪੈਣਾ। ਸੋ ਇੰਨੇ ਕੇ ਵਿਚਾਰਾਂ ਕਰਦਿਆਂ ਹੋਏ ਖਿਮਨ ਇਜਾਜ਼ਤ ਖਾਂ, ਬੁਲਾਓ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਬਹੁਤ ਬਹੁਤ ਧੰਨਵਾਦ ਹੈ ਜੋ ਸੰਗਤਾਂ ਪਹੁੰਚੀਆਂ ਨੇ। ਭਾਈ ਸਾਹਿਬ ਦਾ ਧੰਨਵਾਦ ਕਰਦੇ ਹਾਂ ਜੋ ਬੜੀਆਂ ਅਮੋਲਕ ਵਿਚਾਰਾਂ ਸੰਗਤਾਂ ਦੇ ਨਾਲ ਸਾਂਝੀਆਂ ਕੀਤੀਆਂ ਨੇ। ਸੋ ਨਾਲ ਹੀ ਮੈਂ ਬੇਨਤੀ ਕਰਾਂਗਾ, ਰਾਮਪੁਰਾ ਸ਼ਹਿਰ ਦੀ ਜਿੱਥੇ ਸੰਗਤ ਪਹੁੰਚੀ ਹੈ, ਇਲਾਕੇ ਦੇ ਗ੍ਰੰਥੀ, ਗੁਰਦੁਆਰਾ ਪ੍ਰਬੰਧਕ ਕਮੇਟੀਆਂ ਪਹੁੰਚੀਆਂ ਨੇ, ਉੱਥੇ ਨਾਲ ਹੀ ਮੈਂ ਸਾਡੇ ਸਿੱਖ ਵੀਰਾਂ ਨੂੰ ਬੇਨਤੀ ਕਰਾਂਗਾ ਕਿ ਜਲਦੀ ਤੋਂ ਜਲਦੀ ਗੁਰਦੁਆਰਾ ਨਾਮਦੇਵ ਵਿਖੇ ਪਹੁੰਚਣ ਦੀ ਕਿਰਪਾਲਤਾ ਕਰੋ। ਸੋ ਇਸ ਮਾਮਲੇ ਨੂੰ ਸੱਚ ਤਿੱਕਰ ਲੈ ਕੇ ਜਾਣ ਦੇ ਲਈ 11 ਮੈਂਬਰੀ ਕਮੇਟੀ ਹੈ, ਇਨਸਾਫ ਕਮੇਟੀ ਬਣ ਚੁੱਕੀ ਹੈ। ਸੋ ਨਾਲ ਹੀ ਸਾਡੀ ਗੱਲਬਾਤ ਹੋ ਚੁੱਕੀ ਹੈ। ਇੱਥੇ ਹੀ ਪੁਲਿਸ ਪ੍ਰਸ਼ਾਸਨ ਹੈ ਜਿਹੜਾ ਉਹ ਪਹੁੰਚੇਗਾ, ਉਹਨਾਂ ਨੂੰ ਇੱਕ ਅਲਟੀਮੇਟਮ ਆਪਾਂ ਦੇਵਾਂਗੇ ਕਿ ਇੰਨੇ ਸਮੇਂ ਦੇ ਵਿੱਚ ਇਹਨਾਂ ਮਸਟੰਡਿਆਂ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਜੇਕਰ ਦਿੱਤੇ ਸਮੇਂ ਦੇ ਵਿੱਚ ਪਰਚਾ ਨਾ ਦਰਜ ਹੋਇਆ ਤਾਂ ਉਸ ਤੋਂ ਬਾਅਦ ਸੰਗਤਾਂ ਦੇ ਨਾਲ ਵਿਚਾਰ ਕਰਕੇ ਅਗਲੇ ਫੈਸਲੇ ਲਏ ਜਾਣਗੇ, ਔਰ ਉਹਨਾਂ ਚਿਰ ਇਹ ਸੰਘਰਸ਼ ਚੱਲੇਗਾ ਜਿੰਨਾ ਚਿਰ ਸਾਨੂੰ ਇਨਸਾਫ ਨਹੀਂ ਮਿਲੇਗਾ। ਸੋ ਮੈਂ ਨਾਲ ਬੇਨਤੀ ਕਰਾਂਗਾ, ਸੰਗਤ ਦੇ ਵਿੱਚੋਂ ਕੋਈ ਹੋਰ ਵੀਰ ਵਿਚਾਰਾਂ ਸਾਂਝੀਆਂ ਕਰਨਾ ਚਾਹੁੰਦਾ ਹੈ, ਸੋ ਕਿਰਪਾ ਕਰਕੇ ਉਸ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰੇ। ਕੋਈ ਵੀ ਵੀਰ। ਮੈਂ ਕਹਾਂਗਾ ਦਸਤਾਰ ਸਿੱਖ ਦੀ ਸ਼ਾਨ ਹੈ। ਜਦੋਂ ਕਿਤੇ ਇਤਿਹਾਸ ਪੜ੍ਹਦੇ ਹਾਂ, ਜਿੰਨਾ ਅਸੀਂ ਨਿਸ਼ਾਨ ਸਾਹਿਬ ਨੂੰ ਸਤਿਕਾਰ ਦਿੰਦੇ ਹਾਂ, ਨਿਸ਼ਾਨ ਨੂੰ ਸਤਿਕਾਰ ਦਿੰਦੇ ਹਾਂ, ਓਨਾ ਹੀ ਸਿੱਖ ਕੌਮ ਦੇ ਅੰਦਰ ਦਸਤਾਰ ਦਾ ਸਤਿਕਾਰ ਹੈ। ਇੱਕ ਵਾਰੀ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਸਿੱਖ ਸੰਗਤਾਂ ਕਹਿਣ ਲੱਗੀਆਂ ਕਿ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ, ਕਈ ਵਾਰ ਹਰ ਥਾਂ ਦੇ ਉੱਤੇ, ਹਰ ਜਗ੍ਹਾ ਦੇ ਉੱਤੇ ਨਿਸ਼ਾਨ ਸਾਹਿਬ ਨਹੀਂ ਰੱਖਿਆ ਜਾ ਸਕਦਾ, ਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਉੱਥੇ ਨਿਸ਼ਾਨ ਹੀ ਦਸਤਾਰ ਨੂੰ ਮੰਨਿਆ ਕਿ ਸਿੱਖ ਦੀ ਜਿੱਥੇ ਦਸਤਾਰ ਹੈ ਉੱਥੇ ਗੁਰੂ ਦਾ ਨਿਸ਼ਾਨ ਹੈ। ਬੋਲੋ ਸਤਨਾਮ। ਤੇ ਗੁਰੂ ਕੇ ਪਿਆਰਿਓ, ਇਹ ਸਾਡਾ ਇਤਿਹਾਸ ਹੈ, ਇਹ ਸਾਡਾ ਅਮੋਲਕ ਵਿਰਸਾ ਹੈ। ਮੈਂ ਕਹਾਂਗਾ ਸਿੱਖ ਆਪਣੀ ਜਿੰਦ ਦੇ ਨਾਲੋਂ
ਆਪਣੇ ਸਰੀਰ ਦੇ ਨਾਲੋਂ ਆਪਣੇ ਗੁਰੂ ਦੀ ਨਿਸ਼ਾਨੀ ਨੂੰ ਜ਼ਿਆਦਾ ਪਿਆਰ ਕਰਦਾ ਹੈ। ਸਾਡਾ ਇਤਿਹਾਸ, ਸਾਡਾ ਪਿਛੋਕੜ ਹੈ। ਜਦੋਂ ਕਿਤੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੀਆਂ 14 ਜੰਗਾਂ ਦੇ ਵਿੱਚੋਂ ਪਹਿਲੀ ਜੰਗ ਦਾ ਜਦੋਂ ਆਪਾਂ ਜ਼ਿਕਰ ਪੜ੍ਹਦੇ ਹਾਂ, ਜਦੋਂ 400 ਪਠਾਨ ਰਾਤ ਨੂੰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦੇ ਨਾਲ ਗਦਾਰੀ ਕਰ ਜਾਂਦੇ ਹੈ, ਮੈਦਾਨ ਨੂੰ ਛੱਡ ਕੇ ਦੌੜ ਜਾਂਦੇ ਹੈ, ਤਾਂ ਉਸ ਸਮੇਂ ਇੱਕ ਪੀਰ, ਜਿਸ ਨੂੰ ਸਤਿਕਾਰ ਦੇ ਨਾਲ ਪੀਰ ਬੁੱਧੂ ਸ਼ਾਹ ਕਿਹਾ ਜਾਂਦਾ ਹੈ, ਪੀਰ ਬੁੱਧੂ ਸ਼ਾਹ 400 ਪਠਾਨ ਜਿਸ ਸਮੇਂ ਇਹ ਗੱਲ ਸੁਣਦਾ ਹੈ ਕਿ ਚਲੇ ਗਏ ਹੈ, ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੂੰ ਧੋਖਾ ਦੇ ਗਏ ਹੈ, ਆਪਣੇ 700 ਮਰੀਦ, ਆਪਣੇ 4 ਪੁੱਤ ਜਿਗਰ ਦੇ ਟੁਕੜੇ ਲੈ ਕੇ ਭਗਾਣੀ ਦੇ ਯੁੱਧ ਵਿੱਚ ਪਹੁੰਚ ਜਾਂਦਾ ਹੈ। ਤੇ ਰਾਤ ਦੇ ਸਮੇਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਸਾਥ ਦਿੰਦਾ ਹੈ। ਵੇਖਦਿਆਂ ਵੇਖਦਿਆਂ ਪੀਰ ਬੁੱਧੂ ਸ਼ਾਹ ਦੇ 2 ਪੁੱਤ ਸ਼ਹੀਦ ਹੋ ਗਏ ਹੈ। 700 ਮਰੀਦਾਂ ਦੇ ਵਿੱਚੋਂ ਕੁਝ ਮਰੀਦ ਵੀ ਸ਼ਹੀਦ ਹੋ ਗਏ। ਅੰਮ੍ਰਿਤ ਵੇਲਾ ਆਰੰਭ ਹੁੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਇੱਕ ਕਿਨਾਰੇ ਤੇ ਬੈਠੇ ਆਪਣੇ ਕੇਸਾਂ ਨੂੰ ਹਰਾ ਕਰ ਰਹੇ ਹੈ। ਪੀਰ ਬੁੱਧੂ ਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕੋਲ ਆਇਆ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਪੀਰ ਬੁੱਧੂ ਸ਼ਾਹ ਨੂੰ ਇਹ ਗੱਲ ਪੁੱਛਦੇ ਹੈ ਕਿ ਪੀਰ ਬੁੱਧੂ ਸ਼ਾਹ ਤੂੰ ਬੜੀ ਵੱਡੀ ਕੁਰਬਾਨੀ ਕੀਤੀ ਹੈ, ਗੁਰੂ ਦੇ ਦਰ ਤੋਂ ਜੋ ਮੰਗਣਾ ਤੂੰ ਮੰਗ ਲੈ। ਔਰ ਪੀਰ ਬੁੱਧੂ ਸ਼ਾਹ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਸੀਸ ਝੁਕਾ ਕੇ ਹੱਥ ਜੋੜ ਕੇ ਕਹਿੰਦਾ ਦਾਤਾ ਕਿਆ ਮੰਗਾ, ਕੀ ਮੰਗੂਗਾ ਆਪ ਜੀ ਦੇ ਦਰ ਤੋਂ? ਕੀ ਮੈਂ ਪੁੱਤ ਮੰਗਾ, ਦੁੱਧ ਮੰਗਾ, ਸ਼ੋਹਰਤ ਮੰਗਾ, ਜ਼ਮੀਨ ਮੰਗਾ, ਮਕਾਨ ਮੰਗਾ, ਮਹਿਲ ਮਨਾਰੇ ਮੰਗਾ? ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੇ ਤਰੁੱਠਿਓ ਤੇ ਕਿਰਪਾ ਕਰਕੇ ਆਪਣੇ ਹੱਥ ਵਾਲਾ ਕੰਗਾ ਤੇ ਮੋਏ ਹੋਏ ਕੰਗੇ ਦੇ ਅੰਦਰ ਕੇਸ ਕਿਰਪਾ ਕਰਕੇ ਮੇਰੀ ਝੋਲੀ ਦੇ ਵਿੱਚ ਪਾ ਦਿਓ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਉਸ ਸਮੇਂ ਹੱਥ ਵਾਲਾ ਲੱਕੜ ਦਾ ਕੰਗਾ ਵਿੱਚ ਮੋਏ ਹੋਏ ਕੇਸ ਪੀਰ ਬੁੱਧੂ ਸ਼ਾਹ ਦੀ ਝੋਲੀ ਦੇ ਵਿੱਚ ਪਾ ਦਿੱਤੇ ਹੈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਕੱਲਾ ਲੱਕੜ ਦਾ ਕੰਗਾ ਹੀ ਨਹੀਂ ਬਖਸ਼ਿਸ਼ ਕੀਤਾ, ਕੇਵਲ ਮੋਏ ਹੋਏ ਕੇਸ ਹੀ ਨਹੀਂ ਬਖਸ਼ਿਸ਼ ਕੀਤੇ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਆਪਣੀ ਦਸਤਾਰ ਲਾਈ, ਉਹਦੇ 2 ਟੁਕੜੇ ਕੀਤੇ ਤੇ ਅੱਧੀ ਦਸਤਾਰ ਪਾੜ ਕੇ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਪੀਰ ਬੁੱਧੂ ਸ਼ਾਹ ਦੀ ਝੋਲੀ ਵਿੱਚ ਰੱਖ ਦਿੱਤੀ ਹੈ। ਪੀਰ ਬੁੱਧੂ ਸ਼ਾਹ ਸ਼ੁਕਰਾਨਾ ਕਰਦਾ ਹੈ ਕਿ ਜੇ ਕਿਤੇ 700 ਦਾ 700 ਮਰੀਦ ਸ਼ਹੀਦ ਕਰਵਾ ਕੇ, 4 ਪੁੱਤ ਸ਼ਹੀਦ ਕਰਵਾ ਕੇ ਜੇ ਕਿਤੇ ਇਹ ਦਾਤ ਮੈਨੂੰ ਪ੍ਰਾਪਤ ਹੁੰਦੀ, ਕਲਗੀ ਵਾਲੇ ਪਾਤਸ਼ਾਹ ਦਰਵੇਸ਼ ਗੁਰੂ, ਮੈਂ ਤਾਂ ਵੀ ਰੱਬ ਦਾ ਸ਼ੁਕਰਾਨਾ ਕਰਨਾ ਸੀ ਕਿ ਦਾਤ ਬੜੀ ਸਸਤੀ ਮਿਲ ਗਈ ਹੈ। ਬੋਲੋ ਸਤਨਾਮ। ਜੇ 4 ਪੁੱਤ ਕੁਰਬਾਨ ਕਰਕੇ 700 ਮਰੀਦ ਸ਼ਹੀਦ ਕਰਵਾ ਕੇ ਵੀ ਮੈਨੂੰ ਆ ਦਾਤ ਨਸੀਬ ਹੁੰਦੀ ਤੇ ਮੈਂ ਰੱਬ ਦਾ ਸ਼ੁਕਰਾਨਾ ਕਰਨਾ, ਤੁਹਾਡਾ ਸ਼ੁਕਰਾਨਾ ਕਰਦਾ। ਮੈਂ ਕਹਿੰਦਾ ਵੀ 2 ਪੁੱਤ ਤੇ ਕੁਝ ਮਰੀਦ ਸ਼ਹੀਦ ਕਰਵਾ ਕੇ ਏਡੀ ਵੱਡੀ ਦਾਤ ਗੁਰੂ ਨੇ ਦਿੱਤੀ। ਤੇ ਪਿਆਰਿਓ ਵਾਪਸ ਮੁੜਿਆ, ਆਪਣੀ ਪਤਨੀ ਨੂੰ ਜਾ ਕੇ ਕਹਿੰਦਾ ਜਿਸ ਦਾ ਨਾਂ ਸੀ ਨਸੀਰਾ, ਔਰ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੂੰ ਬੜਾ ਹੀ ਪਿਆਰ ਕਰਿਆ ਕਰਦੀ ਸੀ। ਜਦੋਂ ਵੀ ਕਿਤੇ ਦੁੱਖ ਦਾ ਸਮਾਂ, ਸੁੱਖ ਦਾ ਸਮਾਂ ਆਉਣਾ ਤੇ ਉਹਨੇ ਸਤਿਗੁਰੂ ਜੀ ਦੇ ਚਰਨਾਂ ਵਿੱਚ ਆ ਕੇ ਨਾ ਅਰਦਾਸ ਕਰਨੀ
ਤੇ ਪਿਆਰਿਓ, ਇੱਕ ਘਟਨਾ ਨਸੀਰਾਂ ਦੇ ਜੀਵਨ ਵਿੱਚ ਬੜੀ ਮਹਿੰਗੀ ਘਟਨਾ ਹੈ। ਜਦੋਂ ਔਰੰਗਜ਼ੇਬ ਨੇ ਆਪਣੇ ਦਰਬਾਰ ਦੇ ਵਿੱਚ ਖਲੋ ਕੇ ਇਹ ਸ਼ਬਦ ਕਹੇ ਸੀ ਕਿ ਮੇਰੀ ਫੌਜ ਦੇ ਅੰਦਰ ਕੋਈ ਮਰਦ ਨਹੀਂ ਹੈ ਜਿਹੜਾ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸੀਸ ਕੱਟ ਕੇ ਮੇਰੇ ਪੈਰਾਂ ਦੇ ਵਿੱਚ ਰੱਖੇ। ਉੱਥੇ ਇੱਕ ਬੜਾ ਵੱਡਾ ਯੋਧਾ ਬੈਠਾ ਹੈ, ਜਿਸ ਯੋਧੇ ਦਾ ਨਾਮ ਹੈ ਸੈਦ ਖਾਂ। ਸੈਦ ਖਾਂ ਔਰੰਗਜ਼ੇਬ ਦੇ ਬਲ ਵਧਿਆ ਹੈ, ਔਰ ਔਰੰਗਜ਼ੇਬ ਦੇ ਹੱਥ ਵਿੱਚ ਜਿਹੜਾ ਝੰਡਾ ਪਕੜਿਆ ਹੋਇਆ ਹੈ, ਉਸ ਝੰਡੇ ਨੂੰ ਪਕੜ ਕੇ ਕਹਿੰਦਾ ਹੈ, ਮੈਨੂੰ ਹੁਕਮ ਕਰੋ, ਮੈਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਦਾ ਕੱਲ ਸਵੇਰ ਤੱਕ ਸੀਸ ਕੱਟ ਕੇ ਮੈਂ ਤੁਹਾਡੇ ਪੈਰਾਂ ਵਿੱਚ ਰੱਖਾਂਗਾ। ਬੜਾ ਮਾਣ ਕਰਕੇ 10,000 ਫੌਜ ਲੈ ਕੇ ਆਪਣੇ ਨਾਲ ਤੇ ਆਨੰਦਪੁਰ ਸਾਹਿਬ ਨੂੰ ਰਵਾਨਾ ਹੋਇਆ ਹੈ। ਆਨੰਦਪੁਰ ਸਾਹਿਬ ਨੂੰ ਚੜ੍ਹਾਈ ਕੀਤੀ ਹੈ ਤੇ ਰਸਤੇ ਦੇ ਵਿੱਚ ਮਨ ਦੇ ਅੰਦਰ ਖਿਆਲ ਆਇਆ ਕਿ ਜਾਂਦਾ ਜਾਂਦਾ ਮੈਂ ਇੱਕ ਵਾਰੀ ਆਪਣੀ ਭੈਣ ਨੂੰ ਜ਼ਰੂਰ ਮਿਲ ਜਾਵਾਂ। ਹੋ ਸਕਦਾ ਹੈ ਵੀ ਮੈਂ ਕੱਟਣ ਚੱਲਿਆ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸੀਸ, ਹੋ ਸਕਦਾ ਹੈ ਕਿ ਜੰਗ ਦੇ ਮੈਦਾਨ ਅੰਦਰ ਮੇਰਾ ਵੀ ਸੀਸ ਕੱਟਿਆ ਜਾ ਸਕਦਾ ਹੈ। ਹੁਣ ਭੈਣ ਨਸੀਰਾਂ ਦੇ ਕੋਲ ਆ ਕੇ ਇਹ ਗੱਲ ਕਹਿਣ ਲੱਗਿਆ ਵੀ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸੀਸ ਕੱਟਣ ਲੱਗਿਆ, ਇਸੇ ਲਈ ਮੈਂ ਪਹੁੰਚਣਾ ਆਨੰਦਪੁਰ ਸਾਹਿਬ, ਤੇ ਆਨੰਦਪੁਰ ਸਾਹਿਬ ਜਾ ਕੇ ਮੈਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦਾ ਸੀਸ ਕੱਟ ਕੇ ਲੈ ਕੇ ਆਉਣਾ ਹੈ। ਮੇਰਾ ਮਨ ਕੀਤਾ ਕਿ ਜਾਂਦਾ ਜਾਂਦਾ ਆਪਣੀ ਭੈਣ ਨੂੰ ਮਿਲ ਜਾਵਾਂ। ਤੇ ਭੈਣ ਕਹਿਣ ਲੱਗੀ, ਪੁੱਤ ਵੇ ਮੈਂ ਬੇਨਤੀ ਕਰਾਂਗਾ ਸਾਡੇ ਸਾਰੇ ਵੀਰਾਂ ਨੂੰ ਵੀ ਭਰਾਵੋ ਬਾਹਰ ਨਾ ਖੜੋ, ਕਿਰਪਾ ਕਰਕੇ ਦਰਬਾਰ ਸਾਹਿਬ ਵਿੱਚ ਬੈਠਣ ਦੀ ਕਿਰਪਾਲਤਾ ਕਰੋ, ਪ੍ਰਸ਼ਾਸਨ ਸਾਡੇ ਕੋਲ ਪਹੁੰਚ ਗਿਆ। ਵੇਖੋ, ਪਹਿਲੇ ਨੰਬਰ ਤੇ ਸਾਡੀ ਅਪੀਲ ਹੈ, ਦੂਜੇ ਨੰਬਰ ਤੇ ਸਾਡੀਆਂ ਦਲੀਲਾਂ ਨੇ। ਚੁੰਕਾਰ ਅਜ ਹਮਾ ਹੀਲ ਤੇ ਦਰਗੁਜਸਤ, ਹਲਾਲ ਅਸਤ ਬੁਰਦਨ ਬਾਸ ਮਸੀਰ ਦਸਤ। ਜੇ ਸਾਡੀ ਅਪੀਲ ਦੇ ਨਾਲ ਸਾਡਾ ਮਸਲਾ ਹੱਲ ਹੋ ਜਾਂਦਾ ਤਾਂ ਕੋਈ ਗੁਨਾਹ ਨਹੀਂ ਹੈ। ਇਸ ਤੋਂ ਬਾਅਦ ਜੇ ਪ੍ਰਸ਼ਾਸਨ ਸਾਡੀ ਗੱਲ ਨਹੀਂ ਸੁਣ ਰਿਹਾ, ਮੈਂ ਬੇਨਤੀ ਕਰਾਂਗਾ ਸਾਡੀ ਸੰਗਤ ਨੂੰ, ਆਪ ਤੁਸੀਂ ਕਹਿ ਰਹੇ ਸੀ ਅਸੀਂ ਹੁਣੇ ਧਰਨਾ ਲਾ ਦਾਂਗੇ, ਸੜਕ ਜਾਮ ਕਰ ਦਾਂਗੇ, ਮੈਂ ਬੇਨਤੀ ਕਰਦਾ ਵੀ 11 ਮੈਂਬਰੀ ਕਮੇਟੀ ਬਣੀ ਹੋਈ ਹੈ, ਅਜੇ ਨਾ ਕੋਈ ਧਰਨੇ ਦੀ ਲੋੜ ਹੈ, ਨਾ ਕੋਈ ਚੱਕਾ ਜਾਮ ਕਰਨ ਦੀ ਲੋੜ ਹੈ। ਸਾਡੇ ਬੜੇ ਸਤਿਕਾਰਯੋਗ ਪੁਲਿਸ ਪ੍ਰਸ਼ਾਸਨ ਦੇ ਅਹੁਦੇਦਾਰ ਮੁਲਾਜ਼ਮ ਪਹੁੰਚ ਗਏ ਹੈ। ਸੋ ਇਹਨਾਂ ਦੇ ਨਾਲ ਆਪਾਂ ਬੈਠ ਕੇ ਵਿਚਾਰ ਵਟਾਂਦਰਾ ਕਰਨਾ ਹੈ ਕਿ ਸਾਡੀ ਸੰਗਤ ਦੀ ਇੱਕੋ ਇੱਕ ਮੰਗ ਹੈ, ਜਲਦੀ ਤੋਂ ਜਲਦੀ ਉਹਨਾਂ ਮਸਟੰਡਿਆਂ ਦੇ ਉੱਤੇ ਪਰਚਾ ਦਰਜ ਹੋਣਾ ਚਾਹੀਦਾ ਹੈ। ਅਦਰਵੇਜ਼ ਜੇ ਤੁਸੀਂ ਪਰਚਾ ਦਰਜ ਨਹੀਂ ਕਰਦੇ, ਫਿਰ ਜਿੰਨਾ ਸਾਡੇ 'ਚ ਦਮ ਹੈ ਅਸੀਂ ਉਸ ਦਮ ਨੂੰ ਵੀ ਆਪਣੀ ਛਾਤੀ ਤੇ ਪਰਖਣ ਲਈ ਤਿਆਰ ਬੈਠੇ ਹਾਂ। ਆਓ ਮੈਂ ਬੇਨਤੀ ਕਰੇ, ਅਸਾਂ ਗੱਲ ਚੱਲਦੀ ਸੀ, ਨਸੀਰਾਂ ਦੇ ਕੋਲ ਭਾਈ ਪਹੁੰਚਦਾ ਹੈ ਤੇ ਭੈਣ ਨਸੀਰਾ ਨੂੰ ਸ਼ਾਇਦ ਖਾਂ ਇਹ ਗੱਲ ਕਹਿੰਦਾ ਕਿ ਮੈਂ ਧੰਨ ਗੁਰੂ ਕਲਗੀਧਰ ਪਾਤਸ਼ਾਹ ਜੀ ਦਾ ਸੀਸ ਕੱਟ ਕੇ ਕੱਲ ਨੂੰ ਔਰੰਗਜ਼ੇਬ ਦੇ ਦਰਬਾਰ ਵਿੱਚ ਪਹੁੰਚਾਉਣਾ ਹੈ। ਹੁਣ ਭੈਣ ਦੇ ਸਾਹਮਣੇ ਇੱਕ ਪਾਸੇ ਗੁਰੂ ਤੇ ਇੱਕ ਪਾਸੇ ਭਰਾ, ਰੱਬ ਦੇ ਅੱਗੇ ਫਰਿਆਦ ਕੀਤੀ, ਕਹਿਣ ਲੱਗੀ ਕਲਗੀ ਵਾਲੇ ਪਾਤਸ਼ਾਹ, ਇੱਕ ਪਾਸੇ ਮੇਰਾ ਭਰਾ, ਇੱਕ ਪਾਸੇ ਮੇਰਾ ਗੁਰੂ ਹੈ, ਮੈਂ ਅਰਦਾਸ ਕਰਾਂ ਕਿ ਗੁਰੂ ਸ਼ਹੀਦ ਹੋਵੇ ਤੇ ਭਾਈ ਬਚ ਜਾਵੇ, ਮੈਂ ਅਰਦਾਸ ਕਰਾਂ ਕਿ ਭਾਈ ਬਚ ਜਾਵੇ ਤੇ ਗੁਰੂ ਸ਼ਹੀਦ ਹੋ ਜਾਵੇ। ਮੈਂ ਉਹਨਾਂ ਪਿਆਰ ਭਾਈ ਨੂੰ ਕਰਦੀ ਐ ਤੇ ਉਸ ਤੋਂ ਵੱਧ ਪਿਆਰ ਆਪਣੇ ਗੁਰੂ ਨੂੰ ਕਰਦੀ ਐ। ਅਰਦਾਸ ਕੀਤੀ, ਕਲਗੀ ਵਾਲੇ ਪਾਤਸ਼ਾਹ ਇੱਥੇ ਗੁਰੂ ਵੀ ਸ਼ਹੀਦ ਨਾ ਹੋਵੇ ਤੇ ਮੇਰਾ ਭਾਈ ਵੀ ਸ਼ਹੀਦ ਨਾ ਹੋਵੇ, ਤੂੰ ਹੀ ਬਖਸ਼ਣ ਆ ਰਿਹਾ, ਬਖਸ਼ ਲੈਣਾ। ਸੈਦ ਖਾਂ ਚੱਲਿਆ, ਆਨੰਦਪੁਰ ਸਾਹਿਬ ਪਹੁੰਚ ਗਿਆ। ਧੰਨ ਗੁਰੂ ਕਲਗੀਧਰ ਪਾਤਸ਼ਾਹ ਪਿਆਰਿਓ ਆਨੰਦਪੁਰ ਸਾਹਿਬ ਆਨੰਦਗੜ੍ਹ ਦੇ ਕਿਲੇ ਦੇ ਵਿੱਚੋਂ ਬਾਹਰ ਆਏ। ਸੈਦ ਖਾਂ ਦੇ ਮਨ ਦਾ ਫੁਰਨਾ ਬਣਿਆ ਕਿ ਅੱਜ ਮੈਂ ਗੁਰੂ ਨੂੰ ਇਕੱਲਾ ਤੇ ਇਕੱਲਾ ਗੁਰੂ ਹੋਵੇ ਮੈਂ ਵੇਖਣਾ ਚਾਹੁੰਦਾ।
ਤੇ ਗੁਰੂ ਕੇ ਪਿਆਰਿਓ ਮਨ ਦਾ ਫੁਰਨਾ ਬਣਿਆ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਘੋੜੇ ਤੇ ਅਸਵਾਰ ਹੋ ਕੇ ਧੰਨ ਗੁਰੂ ਕਲਗੀਧਰ ਪਾਤਸ਼ਾਹ ਆਨੰਦਗੜ੍ਹ ਕਿਲੇ ਚੋਂ ਬਾਹਰ ਆਏ। ਆਪਣੇ ਯੋਧਿਆਂ ਨੂੰ ਕਿਹਾ ਕਿ ਸੈਦ ਖਾਂ ਕਹਿੰਦਾ ਮੈਂ ਕੱਲਾ ਗੁਰੂ ਨਾਲ, ਤੇ ਗੁਰੂ ਵੀ ਕੱਲਾ ਹੋਵੇ, ਜੂਝਣਾ ਚਾਹੁੰਦਾ ਹੈ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਘੋੜੇ ਤੇ ਅਸਵਾਰ ਹੋ ਕੇ ਕਿਲੇ ਚੋਂ ਬਾਹਰ ਨਿਕਲੇ। ਸੈਦ ਖਾਂ ਆਪਣੀਆਂ ਫੌਜਾਂ ਨੂੰ ਪਿੱਛੇ ਰੋਕਦਾ ਹੈ। ਜਦੋਂ ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਸਨਮੁਖ ਜਾਂਦਾ ਹੈ, ਚਿਹਰਾ ਥੱਲੇ ਤੱਕਿਆ, ਨਜ਼ਰਾਂ ਮਿਲੀਆਂ, ਮੁਖੜੇ ਵੱਲ ਤੱਕਿਆ, ਇੱਕਦਮ ਜਿਹੜਾ ਹੰਕਾਰ ਸੀ ਢਾਲਾ ਪੈ ਗਿਆ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੇ ਕਦਮਾਂ ਵਿੱਚ ਡਿੱਗ ਪਿਆ। ਬੋਲੋ ਸਤਨਾਮ। ਕਹਿੰਦਾ ਸਤਿਗੁਰੂ ਜੀ, ਆਇਆ ਤੁਹਾਡਾ ਸੀਸ ਕੱਟਣ ਲਈ ਸੀ, ਪਰ ਮੇਰੇ ਹੰਕਾਰ ਰੂਪੀ ਸਰੀਰ ਸਿਹਰਾ ਜਿਹੜਾ ਆਪ ਜੀ ਨੇ ਕੱਟ ਦਿੱਤਾ। ਮੈਂ ਤੁਹਾਡਾ ਸੇਵਕ ਹਾਂ ਤੇ ਤੁਸੀਂ ਮੇਰੇ ਗੁਰੂ ਹੋ। ਆਓ ਮੈਂ ਬੇਨਤੀ ਕਰ ਰਿਹਾ ਸਾਂ, ਪੀਰ ਬੁੱਧੂ ਸ਼ਾਹ ਉਹਨਾਂ ਦੀ ਪਤਨੀ ਦੀ ਕੀਤੀ ਅਰਦਾਸ ਸੈਦ ਖਾਂ ਨੂੰ ਝੁਕਾ ਦਿੰਦੀ ਹੈ। ਤੇ ਪਿਆਰਿਓ, ਨਸੀਰਾਂ ਦੇ ਕੋਲ ਪੀਰ ਬੁੱਧੂ ਸ਼ਾਹ ਪਹੁੰਚ ਗਿਆ। ਪੀਰ ਬੁੱਧੂ ਸ਼ਾਹ ਜਦੋਂ ਆ ਕੇ ਪਤਨੀ ਨੂੰ ਦੱਸਿਆ ਵੀ 4 ਪੁੱਤਰਾਂ ਚੋਂ 2 ਸ਼ਹੀਦ ਹੋ ਗਏ, 700 ਮਰੀਦਾਂ ਦੇ ਵਿੱਚੋਂ ਕੁਝ ਮਰੀਦ ਵੀ ਸ਼ਹੀਦ ਹੋ ਗਏ ਹੈ। ਨਸੀਰਾ ਕਹਿਣ ਲੱਗੀ ਕੋਈ ਪਰਵਾਹ ਨਹੀਂ, ਗੁਰੂ ਦੇ ਪਿਆਰ ਵਿੱਚ ਜੇ 4 ਕੁਰਬਾਨ ਕਰਕੇ ਆਉਂਦੇ ਤਾਂ ਕੋਈ ਗੱਲ ਨਹੀਂ ਸੀ। ਜਦੋਂ ਪਿਆਰੇ ਦੀਆਂ ਨਿਸ਼ਾਨੀਆਂ ਵਿਖਾਈਆਂ ਤੇ ਨਿਸ਼ਾਨੀਆਂ ਤੱਕੀਆਂ ਕਿ ਇੱਕ ਕੰਘਾ, ਮੋਏ ਹੋਏ ਕੇਸ, ਪਿਆਰਿਓ ਇੱਕ ਦਸਤਾਰ, ਨਸੀਰਾ ਆਪਣੇ ਪਤੀ ਪੀਰ ਬੁੱਧੂ ਸ਼ਾਹ ਨੂੰ ਕਹਿਣ ਲੱਗੀ ਵੀ ਪਿਆਰੇ ਦੀਆਂ ਨਿਸ਼ਾਨੀਆਂ ਇੰਜ ਨਾ ਰੱਖੀਏ ਕੋਈ ਖੋਹ ਕੇ ਨਾ ਲੈ ਜਾਵੇ, ਕਿਉਂਕਿ ਇੱਕ ਸਮਾਂ ਉਹਨਾਂ ਨੂੰ ਪਤਾ ਹੈ ਕਿ ਇੱਕ ਦਿਨ ਪੀਰ ਬੁੱਧੂ ਸ਼ਾਹ ਦਾ ਕਾਤਲ ਹੋਣਾ ਹੈ। ਪੀਰ ਬੁੱਧੂ ਸ਼ਾਹ ਦੀ ਭਾਵਨਾ ਹੈ ਪੀਰ ਬੁੱਧੂ ਸ਼ਾਹ ਦੁਨੀਆ ਤੇ ਰਵੇ ਜਾਂ ਨਾ ਰਵੇ, ਉਹ ਕਲਗੀ ਵਾਲਿਆ ਪਿਆਰੇ ਦੀਆਂ ਨਿਸ਼ਾਨੀਆਂ ਰਹਿਣੀਆਂ ਚਾਹੀਦੀਆਂ ਨੇ। ਪੀਰ ਬੁੱਧੂ ਸ਼ਾਹ ਨੇ ਮਕਾਨ ਤਿਆਰ ਕੀਤਾ ਹੈ। ਉਸ ਮਕਾਨ ਦੀ ਕੰਧ ਵਿੱਚ ਇੱਕ ਲੱਕੜ ਦਾ ਡੱਬਾ ਫਿੱਟ ਕੀਤਾ ਗਿਆ, ਜਿਹਦੇ ਵਿੱਚ ਸੋਹਣੇ ਕੱਪੜੇ ਲਾਏ ਗਏ। ਉਹਨਾਂ ਕੱਪੜਿਆਂ ਦੇ ਵਿੱਚ ਪਿਆਰੇ ਦੀ ਨਿਸ਼ਾਨੀ ਸੰਭਾਲ ਕੇ ਰੱਖੀ ਹੈ। ਮੈਂ ਬੇਨਤੀ ਕਰ ਰਿਹਾ, ਦਸਤਾਰ ਪਿਆਰਿਓ, ਪੀਰ ਬੁੱਧੂ ਸ਼ਾਹ ਦਾ ਕਾਤਲ ਕੀਤਾ ਗਿਆ। ਸਮਾਂ ਆਇਆ, ਮਰੀਦਾਂ ਨੇ ਉਹਨਾਂ ਨਿਸ਼ਾਨੀਆਂ ਨੂੰ ਕੱਢਿਆ। ਧੰਨ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਦੀਆਂ ਨਿਸ਼ਾਨੀਆਂ ਅੱਜ ਵੀ ਦਰਸ਼ਨ ਕੀਤੇ ਜਾ ਸਕਦੇ ਆ। ਬੋਲੋ ਸਤਨਾਮ। ਇੱਥੇ ਜਿੰਦ ਕੁਰਬਾਨ ਹੁੰਦੀ ਹੈ ਤੇ ਪਿਆਰੇ ਦੀ ਨਿਸ਼ਾਨੀ ਨਾਲ ਪਿਆਰ ਕੀਤਾ ਜਾਂਦਾ ਹੈ। ਤੇ ਪਿਆਰਿਓ, ਆਪਾਂ ਬੜੇ ਲੰਮੇ ਸਮੇਂ ਤੋਂ ਧੰਨ ਗੁਰੂ ਅੰਗਦ ਦੇ ਪਾਤਸ਼ਾਹ ਦੇ ਸ਼ਬਦ ਪੜ੍ਹਦੇ ਆ ਰਹੇ ਹਾਂ, ਜਿਸ ਪਿਆਰੇ ਸੋ ਨੇ ਤਿਸ ਆਗੇ ਮਰ ਚੱਲੀਐ, ਜਿਸ ਪਿਆਰੇ ਸੋ ਨੇ ਤਿਸ ਆਗੇ ਮਰ ਚੱਲੀਐ, ਧ੍ਰਿਗ ਜੀਵਨ ਸੰਸਾਰ ਤਾਕੈ ਪਾਛੈ ਜੀਵਨਾ। ਸੋ ਆਓ ਪਿਆਰਿਓ, ਗੱਲਬਾਤ ਚੱਲ ਰਹੀ ਹੈ ਪੁਲਿਸ ਪ੍ਰਸ਼ਾਸਨ ਨਾਲ। ਆਪ ਜੀ ਨੇ ਸਬਰ ਨਾਲ ਬੈਠਣਾ ਹੈ, ਕੋਈ ਹੁੱਲੜਬਾਜੀ ਵੀ ਨਹੀਂ ਕਰਨੀ। ਮੈਂ ਬੇਨਤੀ ਕਰਾਂਗਾ ਜੋ ਸੰਗਤਾਂ ਬਾਹਰ ਨੇ। ਸੋ ਹੁਣ ਮੈਂ ਬੇਨਤੀ ਕਰਾਂਗਾ ਸਾਡੇ ਸਤਿਕਾਰਯੋਗ ਵੀਰ ਜੋ ਕਿ ਸਤਸੰਗ ਸਭਾ ਦੇ ਹੈੱਡ ਗ੍ਰੰਥੀ ਸਾਹਿਬਾਨ ਨੇ ਭਾਈ ਤਰਸੇਮ ਸਿੰਘ ਜੀ, ਕੁਝ ਸਮਾਂ ਆਪ ਜੀ ਦੇ ਨਾਲ ਵਿਚਾਰ ਵਟਾਂਦਰਾ ਕਰਨਗੇ। ਮੈਂ ਬੇਨਤੀ ਕਰਾਂਗਾ ਕਿ ਕਿਰਪਾ ਕਰਕੇ ਸਟੇਜ ਤੇ ਪਹੁੰਚਣ ਦੀ ਕਿਰਪਾਲਤਾ ਕਰੋ ਜੀ। ਸਾਡੇ ਵੀਰ ਤਰਸੇਮ ਸਿੰਘ ਹੈੱਡ ਗ੍ਰੰਥੀ ਸਤਸੰਗ ਸਭਾ ਗੁਰਦੁਆਰਾ ਰਾਮਪੁਰਾ ਤੋਂ, ਉਹ ਆਪ ਜੀ ਦੇ ਨਾਲ ਵਿਚਾਰਾਂ ਸਾਂਝੀਆਂ ਕਰ ਰਹੇ ਹਨ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ ਸਭ ਤੋਂ ਪਹਿਲਾਂ ਪ੍ਰਬੰਧਕਾਂ ਦੇ ਚਰਨਾਂ 'ਚ ਬੇਨਤੀ, ਔਰ ਜਿੰਨੇ ਵੀ ਅਸੀਂ ਇੱਥੇ ਇਹ ਮਾਮਲੇ ਦੇ ਵਿਸ਼ੇ ਦੇ ਵਿੱਚ ਇਕੱਠੇ ਹੋਏ ਹਾਂ, ਸਾਰਿਆਂ ਨੂੰ ਬੇਨਤੀ ਹੈ ਭਾਈ ਕਿਸੇ ਨੇ ਜਾਣਾ ਨਹੀਂ। ਮੈਂ 1-2 ਮਿੰਟ ਹੀ ਬੋਲਣਾ, ਔਰ ਉਹ ਵੀ ਜਿਹੜਾ ਵਿਸ਼ਾ ਹੈ, ਜਿਹੜਾ ਆਪਣਾ ਇਹ ਕਾਰਨ ਹੈ ਇੱਥੇ ਇਕੱਤਰਤਾ ਕਰਨ ਦਾ, ਇਕੱਠ ਕਰਨ ਦਾ, ਉਹਦੇ ਵਾਸਤੇ। ਮਹਾਰਾਜ ਕਹਿੰਦੇ ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੇਤਾ ਕਿਛ ਖਾਏ। ਪਤ ਤੋਂ ਭਾਵ ਇੱਜ਼ਤ, ਤੇ ਸਿੱਖ ਦੀ ਇੱਜ਼ਤ ਹੈ ਜੀ। ਆਪਾਂ ਪੜ੍ਹਦੇ ਹਾਂ ਸਾਬਤ ਸੂਰਤ ਦਸਤਾਰ ਸਿਰਾ।
ਸਾਡੀ ਇੱਜ਼ਤ, ਸਾਡੀ ਦਸਤਾਰ ਆ, ਸਾਡੀ ਪੱਗ ਆ, ਸਾਡੇ ਕੇਸ ਆ। ਤੇ ਇੱਥੇ ਮੈਂ ਵੀ ਕਹਿ ਦੇਵਾਂ ਕਿ ਦਸਤਾਰ ਨੂੰ, ਕੇਸਾਂ ਨੂੰ ਇਕੱਲੇ ਗ੍ਰੰਥੀ ਸਿੰਘ, ਰਾਗੀ ਸਿੰਘ ਨਹੀਂ ਸਜਾਉਂਦੇ। ਗੁਰੂ ਦਾ ਜੋ ਵੀ ਸਿੱਖ ਹੈ ਨਾ, ਜੋ ਗੁਰੂ ਦੀ ਰਹਿਤ ਵਿੱਚ ਹੈ, ਗੁਰੂ ਦੇ ਬਾਣੇ ਵਿੱਚ ਹੈ, ਆਪਣੇ ਆਪ ਦੇ ਨਾਂ ਦੇ ਪਿੱਛੇ ਜਿਹਦੇ ਸਿੰਘ ਲੱਗਦਾ ਹੈ, ਉਹ ਕੇਸਾਧਾਰੀ ਵੀ ਹੁੰਦਾ ਹੈ ਤੇ ਉਹ ਦਸਤਾਰ ਵੀ ਸਜਾਉਂਦਾ ਹੈ। ਤੇ ਜਿਹੜਾ ਅੱਜ ਦਾ ਸਾਡਾ ਮੈਟਰ, ਅੱਜ ਦੀ ਜਿਹੜੀ ਦੁਖਦਾਈ ਘਟਨਾ ਵੀ ਇੱਕ ਗ੍ਰੰਥੀ ਸਿੰਘ ਦੀ ਦਸਤਾਰ ਉਤਾਰੀ ਗਈ, ਗ੍ਰੰਥੀ ਸਿੰਘ ਦੇ ਕੇਸਾਂ ਨੂੰ ਹੱਥ ਪਾਇਆ ਗਿਆ, ਬੇਅਦਬੀ ਹੋਈ। ਤੇ ਮਹਾਰਾਜ ਕਹਿੰਦੇ ਜਦੋਂ ਸਾਡੀ ਪੱਤ, ਸਾਡੀ ਇੱਜ਼ਤ ਨੂੰ ਉਤਾਰਿਆ ਜਾਵੇ, ਲਾਹਿਆ ਜਾਵੇ, ਤੇ ਫਿਰ ਜੀਣਾ ਨਹੀਂ ਹੁੰਦਾ ਜੀ। ਤੇ ਮੈਂ ਗੱਲ ਕਰਾਂ ਵੀ ਦਸਤਾਰ, ਪੱਗ ਇਹ ਇਕੱਲੀ ਰਾਗੀ ਗ੍ਰੰਥੀਆਂ ਲਈ ਥੋੜੀ ਹੈ, ਉਹੀ ਥੋੜੀ ਸਜਾਉਂਦੇ ਇਕੱਲੇ, ਸਾਰੇ ਹੀ ਬੰਨ੍ਹਦੇ ਆ। ਤੇ ਇੱਜ਼ਤ ਵੀ ਸਾਰਿਆਂ ਲਈ ਹੈ। ਅਸੀਂ ਇਹ ਨਾ ਸੋਚੀਏ ਕਿ ਅੱਜ ਭਾਈ ਹਰਜੀਤ ਸਿੰਘ ਦੀ ਦਸਤਾਰ ਨੂੰ ਹੱਥ ਪਿਆ, ਕੱਲ ਨੂੰ ਇਹਨਾਂ ਨੂੰ ਭੁੱਸ ਪੈ ਜਾਣਾ। ਜੇ ਅੱਜ ਤੁਸੀਂ ਕੋਈ ਉੱਤਾ ਨਾ ਚੱਕਿਆ, ਕੱਲ ਨੂੰ ਫਿਰ ਜਣੇ ਖਣੇ ਦੀਆਂ ਲੈਣਗੀਆਂ। ਇਹ ਸੱਚ ਹੈ। ਕਿਉਂ? ਕੱਲ ਕਾਤੀ ਰਾਜੇ ਕਸਾਈ। ਹੁਣ ਅਸੀਂ ਜਿਹੜੀ ਇੱਥੇ ਇਕੱਠ ਇਕੱਤਰਤਾ ਕੀਤੀ ਹੈ, ਤੇ ਸਮਝੌਤੇ ਵਾਲੇ ਬੜੇ ਵਿੱਚ ਹੋਣੇ ਆ, ਜਿਹੜੇ ਕਹਿਣਗੇ ਜੀ ਸਮਝੌਤਾ ਕਰ ਲਓ, ਕੋਈ ਗੱਲ ਨਹੀਂ। ਸਮਝੌਤਾ ਹੋ ਗਿਆ, ਜੇ ਅੱਜ ਲਈ ਹੈ ਕੱਲ ਨੂੰ 10 ਹੋਰ ਲੈਣਗੇ। ਤੇ ਬਾਕੀ ਜਿਨ੍ਹਾਂ ਨੇ ਲਾਈ ਹੈ, ਤੁਸੀਂ ਉਹ ਪਿੰਡ ਦਾ ਇਤਿਹਾਸ ਪੜ੍ਹ ਲਓ, ਕਿੱਦਾਂ ਦਾ ਪਿੰਡ ਆ ਉਹ। ਇਕੱਠ ਥੋੜਾ ਹੈ। ਅੱਜ ਇਕੱਲੇ ਗ੍ਰੰਥੀ ਸਿੰਘ ਦੀ ਪੱਗ ਉਤਰੀ ਹੈ ਤਾਂ ਥੋੜਾ ਆ। ਕੱਲ ਨੂੰ ਜਦੋਂ, ਜਿਵੇਂ ਹੁਣ ਆ ਦਿੱਲੀ ਦੇ ਵਿੱਚ ਹੁਣ ਧਰਨੇ ਲੱਗਦੇ ਆ ਨਾ, ਜੇ ਪਹਿਲਾਂ ਹੀ ਸਮਝੇ ਹੁੰਦੇ, ਪਾਣੀਆਂ ਪਿੱਛੇ ਬੋਲੇ ਹੁੰਦੇ, ਆਪਣੇ ਇਲਾਕਿਆਂ ਪਿੱਛੇ ਬੋਲੇ ਹੁੰਦੇ, ਤਾਂ ਆਹ ਨੌਬਤਾਂ ਨਾ ਆਉਂਦੀਆਂ। ਜੇ ਅੱਜ ਅਸੀਂ ਨਾ ਬੋਲੇ ਤਾਂ ਕੱਲ ਨੂੰ ਹੋ ਸਕਦਾ ਗ੍ਰੰਥੀ ਸਿੰਘਾਂ ਨੂੰ ਲੋਕ ਕੁੱਟਣ ਵੀ ਆਇਆ ਕਰਨੇ, ਮੁਸ਼ਟੰਡੇ। ਇੱਦਾਂ ਦਾ ਸਮਾਂ ਵੀ ਆ ਜਾਣਾ। ਤੇ ਮੈਂ ਇਹ ਵੀ ਕਹਾਂਗਾ ਕਿ ਗ੍ਰੰਥੀ ਸਿੰਘ ਵੀ ਭਾਈ ਆਪਦਾ ਟੈਟ ਰਿਹਾ ਕਰੋ, ਸ਼ਸਤਰਧਾਰੀ ਹੋਵੋ, ਠੀਕ ਹੈ, ਪਹਿਰੇ 'ਚ ਰਹੋ ਪੂਰਾ। ਸਾਰਾ ਪੰਥ, ਸਾਰੀ ਕੌਮ ਸਾਡੇ ਨਾਲ ਆ, ਸ਼੍ਰੋਮਣੀ ਕਮੇਟੀ ਵੀ ਹੈ ਔਰ ਹੋਰ ਵੀ ਹੈ। ਮੈਂ ਤੇ ਇੱਕ ਹੋਰ ਜਥੇਬੰਦੀ ਆ ਭਾਈ ਮੈਟਰ, ਇਹ ਸਾਡੀ ਗੱਲ ਜਾਣੀ ਚਾਹੀਦੀ ਆ। ਕੱਲਾ ਕੱਲਾ ਬੰਦਾ ਉਹ ਸਰਕਾਰ ਹਰਾਉਣ ਦੀ ਜ਼ਰੂਰਤ ਰੱਖਦਾ, ਕਿਉਂਕਿ ਇਹ ਛੋਟਾ ਵਿਸ਼ਾ ਨਹੀਂ ਹੈ, ਛੋਟਾ ਮੈਟਰ ਨਹੀਂ ਹੈ, ਛੋਟੀ ਘਟਨਾ ਨਹੀਂ ਹੈ। ਕੱਲ ਨੂੰ ਇਹਨੇ ਵੱਡਾ ਰੂਪ ਲੈਣਾ। ਇਸ ਕਰਕੇ ਭਾਈ ਵੱਧ ਤੋਂ ਵੱਧ ਅਸੀਂ ਸਹਿਯੋਗ ਦਈਏ। ਹੋ ਸਕਦਾ ਸਾਨੂੰ ਮੁੜ ਕੇ ਵੀ ਆਉਣਾ ਪਵੇ, ਇਹ ਇਕੱਠ ਮੁੜ ਕੇ ਵੀ ਕਰਨਾ ਪਵੇ। ਅਸੀਂ ਆਉਣਾ ਹੈਗਾ, ਪਹੁੰਚਣਾ ਹੈਗਾ। ਇਹ ਇਕੱਲੇ ਹਰਜੀਤ ਸਿੰਘ ਦੀ ਦਸਤਾਰ ਨੂੰ ਹੱਥ ਨਹੀਂ ਪਾਇਆ, ਮੈਂ ਬਾਰ-ਬਾਰ ਕਹਿ ਰਿਹਾ। ਦਸਤਾਰ ਅਸੀਂ ਸਾਰੇ ਸਜਾਉਂਦੇ ਹਾਂ। ਜੇ ਉਹਦੀ ਦਸਤਾਰ ਉਤਰੀ ਹੈ ਤੇ ਸਮਝ ਲਓ ਸਾਡੀ ਵੀ ਉਤਰ ਗਈ ਹੈ। ਸੋ ਵੱਧ ਤੋਂ ਵੱਧ ਭਾਈ ਅਸੀਂ ਇਸ ਸੰਘਰਸ਼ ਦੇ ਵਿੱਚ, ਇਹ ਜਿਹੜੀ ਦੁਖਦਾਈ ਘਟਨਾ ਮੈਂ ਕਹਾਂਗਾ ਵਾਪਰੀ ਹੈ, ਇਹਦੇ ਵਿੱਚ ਅਸੀਂ ਸਹਿਯੋਗ ਦਈਏ, ਵੱਧ ਤੋਂ ਵੱਧ ਅਸੀਂ ਹਾਮੀ ਭਰੀਏ, ਹਾਂ ਦਾ ਨਾਰਾ ਮਾਰੀਏ। ਸਾਡਾ ਫਰਜ਼ ਬਣਦਾ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਸਤਿਗੁਰਾਂ ਦੀ ਸਾਜ ਕੇ ਨਿਵਾਜੀ ਹੋਈ ਸਤ ਸੰਗਤ ਜੀ, ਸਤਿਗੁਰਾਂ ਦੀ ਪਾਵਨ ਪਵਿੱਤਰ ਹਾਜ਼ਰ ਹਜ਼ੂਰੀ ਦੇ ਵਿੱਚ ਜੁੜ ਕੇ ਮਿਲ ਕੇ ਬੈਠ ਕੇ ਕੁਝ ਆਪਾਂ ਵਿਚਾਰਾਂ ਕਰਨ ਵਾਸਤੇ ਪਹੁੰਚੇ ਹਾਂ। ਜਿਸ ਤਰ੍ਹਾਂ ਆਪਾਂ ਨੂੰ ਪਤਾ ਹੀ ਹੈ, ਭਾਈ ਸਾਹਿਬ ਭਾਈ ਹਰਜੀਤ ਸਿੰਘ ਜੀ ਦੀ ਜੋ ਪੱਗ ਨੂੰ ਹੱਥ ਪਾਇਆ ਗਿਆ, ਪੱਗ ਲਾਹੀ ਗਈ। ਸੋ ਉਸ ਸੰਬੰਧ ਦੇ ਵਿੱਚ ਸਾਨੂੰ ਪਤਾ ਲੱਗਿਆ, ਅਸੀਂ ਪਹੁੰਚੇ, ਸਾਰੇ ਪਹੁੰਚੇ, ਜਿਵੇਂ ਜਿਵੇਂ ਪਤਾ ਲੱਗੀ ਗਿਆ, ਕਿਉਂਕਿ ਬੜੀ ਦੁਖਦਾਈ ਘਟਨਾ ਵਾਪਰੀ ਹੈ। ਜਿਸ ਤਰ੍ਹਾਂ ਭਾਈ ਸਾਹਿਬ ਨੇ ਦੱਸਿਆ ਵੀ ਪੱਗ ਆਪਾਂ ਸਾਰੇ ਬੰਨ੍ਹਦੇ ਹਾਂ, ਸਾਰਿਆਂ ਦਾ ਇਹ ਫਰਜ਼ ਬਣਦਾ ਅੱਜ ਆਵਾਜ਼ ਬੁਲੰਦ ਕਰਨ ਦਾ ਅਤੇ ਇਹਨਾਂ ਦਾ ਸਾਥ ਦੇਣ ਦਾ, ਕਿਉਂਕਿ ਘਟਨਾ ਕਿਸੇ ਨਾਲ ਵੀ ਵਾਪਰ ਸਕਦੀ ਹੈ, ਕਿਤੇ ਵੀ ਵਾਪਰ ਸਕਦੀ ਹੈ। ਇਹੋ ਜਿਹੇ ਲੋਕਾਂ ਦਾ ਫਿਰ ਸੁਭਾਅ ਬਣ ਜਾਂਦਾ ਵੀ ਇਹ ਬੋਲੇ ਨਹੀਂ ਹੈਗੇ, ਚਲੋ ਇਹਨਾਂ ਨੂੰ ਕਿਹੜਾ ਪੁੱਛਦਾ। ਫਿਰ ਇਸ ਤਰ੍ਹਾਂ ਹੁੰਦਾ ਵੀ ਜਣਾ ਖਣਾ ਹੀ ਉੱਠ ਕੇ
ਇਸ ਤਰ੍ਹਾਂ ਦੀ ਬੇਅਦਬੀ ਕਰਦਾ ਹੈ। ਸੋ ਅੱਜ ਸਾਰਿਆਂ ਨੂੰ ਸਾਥ ਦੇਣ ਦੀ ਲੋੜ ਹੈ। ਇਸ ਸੰਘਰਸ਼ ਨੂੰ, ਇਸ ਮੁੱਦੇ ਨੂੰ ਵੱਡਾ ਕਰਨ ਦੀ ਲੋੜ ਹੈ, ਕਿਉਂਕਿ ਪਤਾ ਲੱਗਣਾ ਚਾਹੀਦਾ ਸਮਾਜ ਦੇ ਵਿੱਚ ਵੀ ਇਸ ਤਰ੍ਹਾਂ ਵੀ ਹੁੰਦਾ ਹੈ। ਕਿਸੇ ਦਾ ਆਉਣ ਵਾਲੇ ਸਮੇਂ ਦੇ ਵਿੱਚ ਇਸ ਤਰ੍ਹਾਂ ਦੀਆਂ ਘਟਨਾ ਕਰਨ ਦਾ ਹੋਰ ਹੌਸਲਾ ਨਾ ਪਵੇ। ਸੋ ਇਸ ਕਰਕੇ ਵਿਚਾਰ ਕਰ ਲੈਣੀ ਚਾਹੀਦੀ ਹੈ ਇਸ ਵਿਸ਼ੇ ਤੇ ਸਾਰਿਆਂ ਨੂੰ, ਵੀ ਇਹਨੂੰ ਵੱਡੇ ਪੱਧਰ ਤੇ ਉਹਨਾਂ ਜਿਹੜੇ ਇਹ ਘਟਨਾਕ੍ਰਮ ਕਰਿਆ, ਜਿਨ੍ਹਾਂ ਨੇ ਇਹ ਬੇਅਦਬੀ ਕੀਤੀ ਹੈ ਭਾਈ ਸਾਹਿਬ ਦੀ ਦਸਤਾਰ ਦੀ, ਸੋ